ਕੇਂਦਰ ਵੱਲੋਂ ਦੂਜੀ ਵਾਰ ਹਫ਼ਤੇ ਦੇ ਅੰਦਰ ਗੱਲਬਾਤ ਦਾ ਸੱਦਾ ਆਇਆ। ਇਹਦੇ 'ਚ ਸੰਜੀਦਗੀ ਹੈ। ਗਰੇਵਾਲ ਜੀ ਦਾ ਕਹਿਣਾ ਹੈ ਕਿ ਸੰਜੀਦਗੀ ਆ ਗੱਲਬਾਤ ਦੇ ਵਿੱਚ। ਵਿਰੋਧੀ ਧਿਰਾਂ ਦਾ ਕਹਿਣਾ ਕਿ ਗੂੰਗਲਾਂ ਤੋਂ ਮਿੱਟੀ ਝਾੜਨ ਦੇ ਗੱਲ। ਸਿੱਧੂ ਸਾਹਿਬ, ਮੈਂ ਇਸ ਗੱਲ ਬਾਰੇ ਆਮ ਆਦਮੀ ਪਾਰਟੀ ਦਾ ਵਿਚਾਰ ਤਾਂ ਇਹੀ ਹੈ ਕਿ ਚੰਗੀ ਗੱਲ ਹੈ ਗੱਲਬਾਤ ਹੋਵੇ ਦੋਵਾਂ ਧਿਰਾਂ ਦੇ ਵਿੱਚ। ਪੰਜਾਬ ਦਾ ਕਿਸਾਨ ਇੱਕ ਜਾਗਰੂਕ ਕਿਸਾਨ ਹੈ, ਉਹਨਾਂ ਨੂੰ ਗੱਲ ਪੇਸ਼ ਕਰਨੀ ਆਉਂਦੀ ਹੈ, ਗੱਲ ਕਰਨੀ ਆਉਂਦੀ ਹੈ। ਉਹਨਾਂ ਨੂੰ ਪਤਾ ਹੈ ਵੀ ਕਿਹੜੇ ਕਾਨੂੰਨ ਦਾ ਕੀ ਮਤਲਬ ਹੈ। ਕਿਤੇ ਲੱਗਦਾ ਨਹੀਂ ਕਿ ਇਹ ਟਕਰਾਅ ਵਾਲਾ ਰਾਹ, ਇੱਕ ਪਾਸੇ ਆਪਾਂ ਗੱਲਬਾਤ ਲਈ ਹੱਥ ਵਧਾ ਰਹੇ ਹਾਂ, ਦੂਜੇ ਪਾਸੇ ਆਪਾਂ ਉਹ ਜਿਹੜੇ ਕਾਨੂੰਨ ਆ ਉਹਨਾਂ ਨੂੰ ਡਿਫੈਂਡ ਕਰਨ ਦੇ ਲਈ 10 ਮੰਤਰੀਆਂ ਦੀ ਡਿਊਟੀ ਲਾਤੀ ਹੈ ਕਿ ਪੰਜਾਬ 'ਚ ਜਾ ਕੇ ਵਰਚੂ ਰੈਲੀਆਂ ਕਰੋ। ਅਸਲ 'ਚ ਗੱਲ ਕੀ ਆ ਕਿ ਕੈਪਟਨ ਅਮਰਿੰਦਰ ਸਿੰਘ ਗਏ ਔਰ ਉਧਰ ਅਕਾਲੀ ਦਲ ਗਿਆ ਤੇ ਪਹਿਲਾਂ ਇਹਨਾਂ ਨੇ ਕੋਈ ਆਬਜੈਕਸ਼ਨ ਨਹੀਂ ਕੀਤਾ, ਬਾਅਦ 'ਚ ਸਾਰੇ ਕਾਨੂੰਨਾਂ ਤੇ ਆਬਜੈਕਸ਼ਨ ਕਰਤੇ। ਜਿਹੜਾ ਵੱਖ-ਵੱਖ ਕਿਸਾਨ ਜਥੇਬੰਦੀਆਂ ਨੂੰ ਹੁਣ ਦੂਜਾ ਸੱਦਾ ਦਿੱਤਾ ਗਿਆ ਹੈ, ਕੀ ਲੱਗਦਾ ਇਹ ਸੱਦੇ ਦੇ ਵਿੱਚ ਸੰਜੀਦਗੀ ਹੈ ਜਾਂ ਕੁਝ ਵਿਰੋਧੀ ਧਿਰਾਂ ਦਾ ਕਹਿਣਾ ਕਿ ਗੋਂਗਲੂਆਂ ਤੋਂ ਮਿੱਟੀ ਝਾੜਨ ਦੇ ਬਰਾਬਰ ਹੈ ਇਹ ਸੱਦਾ? ਜਗਤਾਰ ਜੀ, ਗੱਲ ਇਹ ਆ ਕਿ ਇਹ ਗੋਂਗਲੂਆਂ ਤੋਂ ਮਿੱਟੀ ਨਾ ਤਾਂ ਪਹਿਲਾਂ ਝਾੜਨ ਵਾਲੀ ਗੱਲ ਸੀ ਤੇ ਨਾ ਹੁਣ ਹੈਗੀ ਆ। ਸਰਕਾਰ ਸਵੇਰ ਦਾ ਕਿਸਾਨਾਂ ਨਾਲ ਗੱਲਬਾਤ ਕਰਨਾ ਚਾਹੁੰਦੀ ਆ, ਪਰ ਗੱਲਬਾਤ ਦਾ ਇੱਕ ਮਾਹੌਲ ਤਿਆਰ ਕਰਨਾ ਹੁੰਦਾ, ਕਿਉਂਕਿ ਕਿਸਾਨ ਜਥੇਬੰਦੀਆਂ ਅਲੱਗ-ਅਲੱਗ ਨੇ, ਅਲੱਗ-ਅਲੱਗ ਵਿਚਾਰਧਾਰਾ ਨੇ। ਹੁਣ ਵੀ ਉਹਨਾਂ 'ਚੋਂ 3 ਜਥੇਬੰਦੀਆਂ ਅਲੱਗ ਹੋ ਗਈਆਂ ਔਰ ਸਰਕਾਰ ਜਿਹੜੀ ਵੀ ਗੱਲ ਕਿਸਾਨ ਭਰਾ ਉਹਨੂੰ ਸਮਝਾਉਣ 'ਚ ਸਫਲ ਹੋ ਜਾਣਗੇ ਕਿ ਬਈ ਇਹ ਜਿਹੜੇ ਮਤਾਂ ਨੇ ਇਹ ਕਿਸਾਨ ਹਿੱਤੀ ਨਹੀਂ ਹੈਗੀ। ਤੁਸੀਂ ਜ਼ਿਕਰ ਕੀਤਾ ਮੱਧ ਪ੍ਰਦੇਸ਼ ਦਾ, ਰਾਜਸਥਾਨ ਦਾ, ਕਿ ਉੱਥੇ ਕਣਕ 2300 'ਚ ਵਿਕ ਰਹੀ ਹੈ, ਕਿਤੇ 2400 'ਚ ਵਿਕ ਰਹੀ ਹੈ। ਸਰ, ਜੇ ਕਣਕ ਤੁਸੀਂ ਮੰਨਦੇ ਹੋ ਕਿ ਵੀ ਮਹਿੰਗੇ ਭਾਅ ਵਿਕ ਰਹੀ ਹੈ, ਜਿਹੜਾ ਮੌਜੂਦਾ ਸਿਸਟਮ ਤੋੜ ਕੇ, ਫਿਰ ਤਾਂ ਗੱਲਬਾਤ ਕਰਨ ਦੀ ਲੋੜ ਹੀ ਨਹੀਂ। ਫਿਰ ਕਿਸਾਨ ਕਿਉਂ ਸੰਘਰਸ਼ ਕਰ ਰਹੇ ਹੈ ਕਿ ਵੀ ਸਾਨੂੰ ਪੁਰਾਣਾ ਸਿਸਟਮ ਰਹਿਣਾ ਚਾਹੀਦਾ ਹੈ? ਮੇਰੀ ਗੱਲ ਨੂੰ ਗਲਤ ਤਰੀਕੇ ਨਾਲ ਨਾ ਲਓ। ਪੰਜਾਬ ਦੇ ਅੰਦਰ ਆ ਕੇ ਵਿਕ ਰਹੀ ਆ, ਪੰਜਾਬ ਦੀ ਕਣਕ ਨਹੀਂ ਖਰੀਦ ਰਹੇ ਹੋ, ਕਿਉਂਕਿ ਉਹ ਸਮਝਦੇ ਆ ਕਿ ਸਾਡੇ ਲਈ ਇਹ ਸਿਹਤ ਲਈ ਠੀਕ ਨਹੀਂ ਹੈ। ਕਿ ਸਰਕਾਰ ਨੇ ਜਿਹੜਾ ਕਾਨੂੰਨ ਬਣਾਇਆ ਉਹ ਇਹ ਸੋਚ ਕੇ ਬਣਾਇਆ ਸੀ ਵੀ ਇਹ ਕਿਸਾਨ ਦੇ ਹਿੱਤ 'ਚ ਆ। ਕਿਸਾਨ ਨੂੰ ਉਹ ਆਪਦੇ ਹਿੱਤ 'ਚ ਲੱਗਿਆ ਨਹੀਂ। ਕਿਸਾਨ ਕਹਿੰਦਾ ਕਿ ਇਹਨੂੰ ਬਦਲੋ, ਸਰਕਾਰ ਕਹਿੰਦੀ ਇਹ ਤੁਹਾਡੇ ਹਿੱਤ 'ਚ ਆ। ਹੁਣ ਆਪਸ 'ਚ ਬੈਠ ਕੇ ਚਰਚਾ 'ਚ ਹੀ ਤਾਂ ਗੱਲ ਹੋਣੀ ਹੈ ਨਾ ਸਾਰੀ। ਕਿ ਅਡਾਨੀ ਅੰਬਾਨੀ ਨੇ ਜਿੱਦਾਂ ਦਾ ਪੰਜਾਬ 'ਚ ਮਾਹੌਲ ਹੈ ਨਹੀਂ ਆਉਣਾ। ਮੇਰੀ ਗੱਲ 'ਚ ਵਾਧਾ ਹੀ ਕਰਦਾ ਹੈ, ਜਿਹੜੇ ਪਿੰਡ 'ਚ ਕਿਸੇ ਨੇ ਆਉਣਾ, ਜੇ ਪਿੰਡ ਹੀ ਉਜੜ ਗਿਆ ਤਾਂ ਉੱਥੇ ਚਿਰਾਗ ਪਿੰਡ ਕਿਸੇ ਨੇ ਕੀ ਲੈਣ ਜਾਣਾ ਹੈ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਨਵੇਂ ਖੇਤੀ ਸੋਧ ਕਾਨੂੰਨ, ਇਸ ਮੁੱਦੇ ਨੂੰ ਲੈ ਕੇ ਦੇਸ਼ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਅੰਦੋਲਨ ਦੇ ਰਾਹ ਹੈ। ਖਾਸ ਤੌਰ ਤੇ ਪੰਜਾਬ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਇੱਕ ਹਫ਼ਤੇ ਦੇ ਦੌਰਾਨ ਕੇਂਦਰ ਵੱਲੋਂ ਪੰਜਾਬ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਦੂਜੀ ਵਾਰ ਗੱਲਬਾਤ ਦਾ ਸੱਦਾ ਆਇਆ ਹੈ। ਜਾਣੀ 14 ਅਕਤੂਬਰ ਨੂੰ ਕ੍ਰਿਸ਼ੀ ਭਵਨ ਦਿੱਲੀ 'ਚ ਕਿਸਾਨ ਜਥੇਬੰਦੀਆਂ ਨਾਲ ਕੇਂਦਰ ਦੀ ਹੋਣ ਜਾ ਰਹੀ ਹੈ ਗੱਲਬਾਤ। ਇਸ ਤੋਂ ਪਹਿਲਾਂ ਅਧਿਕਾਰੀਆਂ ਦੀ ਪੱਧਰ ਦੀ ਗੱਲਬਾਤ ਦਾ ਸੱਦਾ ਦਿੱਤਾ ਗਿਆ ਸੀ ਤਾਂ ਕਿਸਾਨ ਜਥੇਬੰਦੀਆਂ ਨੇ ਮੁੱਢੋਂ ਸੁੱਡੇ ਉਸ ਗੱਲਬਾਤ ਦੇ ਸੱਦੇ ਨੂੰ ਰੱਦ ਕਰ ਦਿੱਤਾ ਸੀ। ਹੁਣ ਵੀ ਸਵਾਲ ਆ ਕੇ ਖੜਾ ਹੁੰਦਾ ਹੈ ਕਿ ਜਦੋਂ ਗੱਲਬਾਤ ਹੋਣ ਜਾ ਰਹੀ ਹੈ, ਕੀ ਕੇਂਦਰ ਜਿਹੜੇ ਨਵੇਂ ਕਾਨੂੰਨ ਹੈ ਉਹਨਾਂ ਨੂੰ ਰੱਦ ਕਰੇਗਾ, ਉਹਨਾਂ 'ਚ ਸੋਧ ਕਰੇਗਾ? ਵਿਰੋਧੀ ਧਿਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸੱਦਾ ਗੋਂਗਲੂਆਂ ਤੋਂ ਮਿੱਟੀ ਝਾੜਨ ਦੇ ਬਰਾਬਰ ਹੈ। ਇਹਨਾਂ ਮੁੱਦਿਆਂ ਤੇ ਮੇਰੇ ਨਾਲ ਪੈਨਲ ਜਿਹੜੇ ਖਾਸ ਮਹਿਮਾਨ ਚਰਚਾ 'ਚ ਜੁੜ ਚੁੱਕੇ ਹੈ। ਹਰਜੀਤ ਸਿੰਘ ਗਰੇਵਾਲ, ਭਾਰਤੀ ਜਨਤਾ ਪਾਰਟੀ ਦੇ ਬੁਲਾਰੇ। ਮੈਂ ਦਰਸ਼ਕਾਂ ਦੇ ਲਈ ਦੱਸਣਾ ਚਾਹੁੰਦਾ ਹਾਂ, ਗਰੇਵਾਲ ਉਸ ਕਮੇਟੀ ਦੇ ਵੀ ਮੈਂਬਰ ਹੈ ਜਿਹੜੀ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਪੰਜਾਬ ਦੇ ਪੱਧਰ ਤੇ ਬਣਾਈ ਗਈ ਹੈ। ਸਾਡੇ ਨਾਲ ਦੂਜੇ ਮਹਿਮਾਨ ਜਗਤਾਰ ਸਿੰਘ ਸੰਘੇੜਾ, ਆਮ ਆਦਮੀ ਪਾਰਟੀ ਦੇ ਬੁਲਾਰੇ। ਸਾਡੇ ਨਾਲ ਤੀਜੇ ਮਹਿਮਾਨ ਡਾਕਟਰ ਗਿਆਨ ਸਿੰਘ, ਖੇਤੀ ਮਾਮਲਿਆਂ 'ਚ ਇੱਕ ਵੱਖਰੀ ਪਹਿਚਾਣ ਤੇ ਮਹਾਰਤ ਰੱਖਣ ਵਾਲੇ ਮਾਹਰ। ਤਿੰਨੇ ਮੈਂ ਵਿਦਵਾਨਾਂ ਤੇ ਰਾਜਸੀ ਆਗੂਆਂ ਨੂੰ ਪੈਨਲ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਜੀ ਆਖਦਾ, ਵੈਲਕਮ ਕਰਦਾ। ਹਰਜੀਤ ਗਰੇਵਾਲ ਜੀ, ਪਹਿਲਾ ਸਵਾਲ ਬਣਦਾ ਵੀ ਹੈ ਤੁਹਾਡੇ ਤੋਂ ਤੇ ਤੁਹਾਡੇ ਕੋਲ ਹੀ ਲੈਣ ਲੱਗਿਆ ਹੈ। ਜਿਹੜਾ ਵੱਖ-ਵੱਖ ਕਿਸਾਨ ਜਥੇਬੰਦੀਆਂ ਨੂੰ ਹੁਣ ਦੂਜਾ ਸੱਦਾ ਦਿੱਤਾ ਗਿਆ ਹੈ, ਕੀ ਲੱਗਦਾ ਇਹ ਸੱਦੇ ਦੇ ਵਿੱਚ ਸੰਜੀਦਗੀ ਹੈ ਜਾਂ ਕੁਝ ਵਿਰੋਧੀ ਧਿਰਾਂ ਦਾ ਕਹਿਣਾ ਕਿ ਗੋਂਗਲੂਆਂ ਤੋਂ ਮਿੱਟੀ ਝਾੜਨ ਦੇ ਬਰਾਬਰ ਹੈ ਇਹ ਸੱਦਾ? ਜੀ ਗਰੇਵਾਲ ਜੀ, ਪੰਜਾਬ ਦੇ ਲਈ ਬਹੁਤ ਵੱਡਾ ਅਹਿਮ ਸਵਾਲ ਹੈ ਇਹ ਜੀ। ਜਗਤਾਰ ਜੀ, ਗੱਲ ਇਹ ਆ ਕਿ ਇਹ ਗੋਂਗਲੂਆਂ ਤੋਂ ਮਿੱਟੀ ਨਾ ਤਾਂ ਪਹਿਲਾਂ ਝਾੜਨ ਵਾਲੀ ਗੱਲ ਸੀ ਤੇ ਨਾ ਹੁਣ ਹੈਗੀ ਆ। ਸਰਕਾਰ ਸਵੇਰ ਦਾ
ਕਿਸਾਨਾਂ ਨਾਲ ਗੱਲਬਾਤ ਕਰਨਾ ਚਾਹੁੰਦੀ ਆ, ਪਰ ਗੱਲਬਾਤ ਦਾ ਇੱਕ ਮਾਹੌਲ ਤਿਆਰ ਕਰਨਾ ਹੁੰਦਾ, ਕਿਉਂਕਿ ਕਿਸਾਨ ਜਥੇਬੰਦੀਆਂ ਅਲੱਗ-ਅਲੱਗ ਨੇ, ਅਲੱਗ-ਅਲੱਗ ਵਿਚਾਰਧਾਰਾ ਦੀਆਂ ਨੇ। ਹੁਣ ਵੀ ਉਹਨਾਂ ਚੋਂ 3 ਜਥੇਬੰਦੀਆਂ ਅਲੱਗ ਹੋ ਗਈਆਂ ਤੇ ਜਿਹੜੀਆਂ ਗੱਲਬਾਤ ਨਹੀਂ ਹੈਗੀਆਂ ਉਹ ਇੱਕ ਉਹਨਾਂ ਨੇ, ਉਹ ਅਲੱਗ-ਅਲੱਗ ਕਾਰਨ ਨੇ। ਗਰੇਵਾਲ ਸਾਹਿਬ ਸੌਰੀ ਕਿ ਤੁਹਾਨੂੰ ਮੈਂ ਸ਼ੁਰੂ ਚ ਇੰਟਰਪਟ ਕਰਨ ਲੱਗਿਆ, ਰੋਕਣ ਲੱਗਿਆ। ਜਿਹੜੀਆਂ ਜਥੇਬੰਦੀਆਂ ਪਾਸੇ ਹੋਈਆਂ ਉਹ ਕਿਸਾਨ ਮੁੱਦਿਆਂ ਤੇ ਉਹਨਾਂ ਦਾ ਕੋਈ ਮਤਭੇਦ ਨਹੀਂ। ਕਿਰਤੀ ਕਿਸਾਨ ਯੂਨੀਅਨ ਦੇ ਜਿਹੜੇ ਨੇਤਾ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਦਿੱਲੀ ਗੱਲਬਾਤ ਕਰਨ ਦੇ ਲਈ ਨਹੀਂ ਜਾ ਰਹੇ, ਜੋ ਫੈਸਲਾ ਹੋਏਗਾ ਉਹ ਦੇਖਾਂਗੇ, ਉਹਦੇ ਮੁਤਾਬਕ। ਬਾਕੀ ਜਥੇਬੰਦੀਆਂ ਨੂੰ ਉਹਨਾਂ ਨੇ ਫੈਸਲਾ ਲੈਣ ਤੋਂ ਰੋਕਿਆ ਨਹੀਂ। ਦੂਜੀ ਜਥੇਬੰਦੀ ਹੈ ਲੱਖੋਵਾਲ ਦੀ ਜਥੇਬੰਦੀ, ਚਲੋ ਆਪਾਂ ਆਪਣੇ ਤੌਰ ਤੇ ਕਹਿਣਾ ਨਹੀਂ ਚਾਹੁੰਦੇ, ਉਹਨਾਂ ਨੇ ਜਿਸ ਤਰੀਕੇ ਨਾਲ ਸੁਪਰੀਮ ਕੋਰਟ 'ਚ ਕੇਸ ਪਾਇਆ ਉਹ ਵੈਸੇ ਹੀ ਆਪਣੇ ਭਾਈਚਾਰੇ ਤੋਂ ਬਾਹਰ ਹੋ ਗਿਆ। ਬਾਕੀ ਦੀਆਂ ਜਿਹੜੀਆਂ ਜਥੇਬੰਦੀਆਂ ਉਹ ਆਪਣੀ ਮੀਟਿੰਗ ਕਰਕੇ ਫੈਸਲਾ ਲੈ ਰਹੀਆਂ। ਮੈਂ ਇਹ ਕਹਿ ਰਿਹਾ ਕਿ ਗੱਲਬਾਤ ਦਾ ਜਿਹੜਾ ਸੱਦਾ ਹੈਗਾ ਉਹ ਬੜੇ ਸਰਕਾਰ ਸੁਹਿਰਦਤਾ ਨਾਲ ਇਹਦੇ ਤੇ ਗੱਲ ਕਰਨਾ ਚਾਹੁੰਦੀ ਹੈ, ਔਰ ਸਰਕਾਰ ਜਿਹੜੀ ਵੀ ਗੱਲ ਕਿਸਾਨ ਭਰਾ ਉਹਨੂੰ ਸਮਝਾਉਣ 'ਚ ਸਫਲ ਹੋ ਜਾਣਗੇ ਕਿ ਬਈ ਇਹ ਜਿਹੜੇ ਮਤਾਂ ਨੇ ਇਹ ਕਿਸਾਨ ਹਿੱਤੀ ਨਹੀਂ ਹੈਗੀ। ਪੰਜਾਬ ਦੇ ਅੰਦਰ ਇਹਨਾਂ ਦੀ ਜ਼ਰੂਰਤ ਕਿਉਂ ਆ? ਜ਼ਰੂਰਤ ਇਸ ਕਰਕੇ ਪਈ ਹੈ ਜਗਤਾਰ ਜੀ ਕਿ ਬਦਲਵੀਆਂ ਫਸਲਾਂ ਵੀ ਬੀਜਣੀਆਂ ਪੈਣਗੀਆਂ ਤੇ ਸਾਨੂੰ ਆਪਣਾ ਖੇਤੀ ਦਾ ਪੈਟਰਨ ਤਰੀਕਾ ਵੀ, ਤੌਰ ਤਰੀਕਾ ਵੀ ਤਬਦੀਲ ਕਰਨਾ ਪੈਣਾ। ਕਿਉਂਕਿ ਮੈਂ ਇਹੋ ਹੀ ਦੱਸ ਰਿਹਾ ਸੀ ਕਿ ਮੱਧ ਪ੍ਰਦੇਸ਼ ਦੀ ਕਣਕ ਇੱਥੇ ਆ ਕੇ 2800 ਰੁਪਏ ਵਿਕਦੀ ਹੈ, ਰਾਜਸਥਾਨ ਦੀ 2300 ਰੁਪਏ ਵਿਕਦੀ ਹੈ। ਇਹਦਾ ਕਾਰਨ ਕੀ ਹੈ? ਇਸੇ ਕਰਕੇ ਅਸੀਂ ਇਹ ਜਿਹੜਾ ਕਹਿੰਦੇ ਆ ਕਿ ਸਾਨੂੰ ਸਰਕਾਰ ਜਿਹੜੀ ਆ ਉਹ ਉਸਨੇ ਇਹ ਜਿਹੜੇ ਬਿੱਲ ਲਿਆਂਦੇ ਆ ਇਸੇ ਕਰਕੇ ਲਿਆਂਦੇ ਆ ਕਿ ਪੰਜਾਬ ਤੇ ਹਰਿਆਣਾ ਦੇ ਕਿਸਾਨ ਨੇ ਦੇਸ਼ ਦੇ ਉੱਪਰ ਬਹੁਤ ਪਰਉਪਕਾਰ ਕੀਤਾ ਤੇ ਉਹ ਸੁਖੀ ਰਹੇ, ਔਰ ਇਹਨਾਂ ਦੀ ਗੱਲਬਾਤ ਬਿਲਕੁਲ ਸਿਰੇ ਚੱਲੇਗੀ। ਤੁਸੀਂ ਦੇਖ, ਕਿਉਂਕਿ ਹੁਣ ਕੁਝ ਕਿਸਾਨ ਜਥੇਬੰਦੀਆਂ ਦੇ ਲੀਡਰ ਵੀ ਮੈਨੂੰ ਲੱਗਦਾ ਕਿ ਉਹ ਵੀ ਸੁਹਿਰਦ ਨੇ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਇਹ ਕਿਸਾਨ ਦੇ ਹਿੱਤ 'ਚ ਫੈਸਲੇ ਲਈਏ, ਕਿਉਂਕਿ ਜੇ ਗੱਲਬਾਤ ਦਾ ਹੀ ਡੈਡਲੌਕ ਬਣਿਆ ਰਿਹਾ ਤੇ ਗੱਲ ਨਾ ਹੋਈ ਤਾਂ ਇਹਦੇ 'ਚ ਕੀ ਹੋ ਸਕਦਾ? ਫਿਰ ਗੱਲ ਇਹ ਹੈ ਸਭ ਤੋਂ ਬੜੀ, ਤੇ ਉਹ ਕੁਛ ਨਾ ਕੁਛ ਤਾਂ ਉਹਨਾਂ ਨੂੰ ਕਰਨਾ ਹੀ ਪੈਣਾ। ਗਰੇਵਾਲ ਜੀ, ਇੱਕ ਸਵਾਲ ਜਿਹੜਾ ਮੈਂ ਅੱਗੇ ਜਾਣ ਤੋਂ ਪਹਿਲਾਂ ਤੁਹਾਡੇ ਤੋਂ ਜ਼ਰੂਰ ਲੈਣਾ ਚਾਹਾਂਗਾ। ਤੁਸੀਂ ਜ਼ਿਕਰ ਕੀਤਾ ਮੱਧ ਪ੍ਰਦੇਸ਼ ਦਾ, ਰਾਜਸਥਾਨ ਦਾ, ਕਿ ਉੱਥੇ ਕਣਕ 2300 'ਚ ਵਿਕ ਰਹੀ ਹੈ, ਕਿਤੇ 2400 'ਚ ਵਿਕ ਰਹੀ ਹੈ। ਸਰ, ਜੇ ਕਣਕ ਤੁਸੀਂ ਮੰਨਦੇ ਹੋ ਕਿ ਵੀ ਮਹਿੰਗੇ ਭਾਅ ਵਿਕ ਰਹੀ ਹੈ, ਜਿਹੜਾ ਮੌਜੂਦਾ ਸਿਸਟਮ ਤੋੜ ਕੇ, ਫਿਰ ਤਾਂ ਗੱਲਬਾਤ ਕਰਨ ਦੀ ਲੋੜ ਹੀ ਨਹੀਂ। ਫਿਰ ਕਿਸਾਨ ਕਿਉਂ ਸੰਘਰਸ਼ ਕਰ ਰਹੇ ਆ ਕਿ ਵੀ ਸਾਨੂੰ ਪੁਰਾਣਾ ਸਿਸਟਮ ਰਹਿਣਾ ਚਾਹੀਦਾ ਹੈ? ਜਿਨ੍ਹਾਂ ਨੂੰ ਵੱਧ ਭਾਅ ਮਿਲ ਰਹੇ ਆ ਫਿਰ ਵੱਧ ਭਾਅ ਦਾ ਤਾਂ ਕਰੋੜਾ ਨਹੀਂ। ਮੇਰੀ ਗੱਲ ਨੂੰ ਗਲਤ ਤਰੀਕੇ ਨਾਲ ਨਾ ਲਓ। ਪੰਜਾਬ ਦੇ ਅੰਦਰ ਆ ਕੇ ਵਿਕ ਰਹੀ ਆ, ਪੰਜਾਬ ਦੀ ਕਣਕ ਨਹੀਂ ਖਰੀਦ ਰਹੇ ਉਹ, ਕਿਉਂਕਿ ਉਹ ਸਮਝਦੇ ਆ ਕਿ ਸਾਡੇ ਲਈ ਇਹ ਸਿਹਤ ਲਈ ਠੀਕ ਨਹੀਂ ਹੈ, ਤੇ ਇਸ ਕਰਕੇ ਮੱਧ ਪ੍ਰਦੇਸ਼ ਦੀ ਔਰ ਰਾਜਸਥਾਨ ਦੀ ਕਣਕ ਮਹਿੰਗੀ ਵਿਕ ਰਹੀ ਹੈ। ਲੋਕ ਖਾਣ ਵਾਸਤੇ ਉਹੀ ਖਰੀਦਦੇ ਆ। ਤੁਹਾਨੂੰ ਵੀ ਇਸ ਗੱਲ ਦਾ ਧਿਆਨ ਹੋਊਗਾ। ਮੈਂ ਤਾਂ ਹੁਣੇ ਇਹਨਾਂ ਦਿਨਾਂ 'ਚ ਹੀ ਦੇਖ ਰਿਹਾ ਕਿ ਇਹ ਕਿਸ ਤਰ੍ਹਾਂ ਚੱਲ ਰਿਹਾ ਕੰਮ ਸਾਰਾ, ਤੇ ਇਸ ਕਰਕੇ ਸਾਨੂੰ ਆਪਣਾ ਖੇਤੀ ਦਾ ਜਿਹੜਾ ਯੂਰੀਆ ਤੇ ਬਾਕੀ ਸਾਰੀਆਂ ਚੀਜ਼ਾਂ ਦਾ, ਪੈਸਟੀਸਾਈਡ ਦਾ ਹੋਰ ਇਸਤੇਮਾਲ ਅਸੀਂ ਕਰਦੇ ਹਾਂ, ਉਹਦੇ ਬਾਰੇ ਵੀ ਸਾਨੂੰ ਖੇਤੀ ਕਰਨ ਦੇ ਤਰੀਕੇ ਬਾਰੇ ਵੀ ਸੋਚਣਾ ਪੈਣਾ। ਸਾਡੇ ਪਾਣੀ ਬਹੁਤ ਪੀਤੇ ਜਾ ਰਿਹਾ ਉਹਦੇ ਬਾਰੇ, ਤੇ ਉਹ ਜੇ ਇਹ ਉਹਦੇ 'ਚ ਸਾਡੀ ਮਦਦ ਵੀ ਕਰਨ, ਤੇ ਜਿੱਥੇ ਕਿਤੇ ਕਿਸਾਨਾਂ ਨੂੰ ਗਲਤ। ਗਰੇਵਾਲ ਸਾਹਿਬ, ਆਪਾਂ ਜਿਹੜੀ ਡਿਸਕਸ਼ਨ ਕਰ ਰਹੇ ਹਾਂ ਉਹ ਹੈਗਾ ਜਿਹੜੇ ਨਵੇਂ 3 ਖੇਤੀ ਕਾਨੂੰਨ ਆਏ ਹੈ ਉਹਨਾਂ ਦੇ ਵਿਰੁੱਧ ਜਿਹੜਾ ਦੇਸ਼ ਵਿਆਪੀ ਅੰਦੋਲਨ ਚੱਲ ਰਿਹਾ ਹੈ। ਆਪਾਂ ਆਰਗੈਨਿਕ ਖੇਤੀ ਤੇ ਦੇਖੋ ਬਹਿਸ ਨਹੀਂ ਕਰ ਰਹੇ ਕਿ ਕਣਕ ਪੰਜਾਬ ਦੀ ਚੰਗੀ ਹੈ ਜਾਂ ਕਣਕ ਮੱਧ ਪ੍ਰਦੇਸ਼ ਦੀ ਚੰਗੀ ਹੈ, ਜਾਂ ਆਪਾਂ ਯੂਰੀਆ ਘੱਟ ਪਾਈਏ ਜਾਂ ਵੱਧ ਪਾਈਏ। ਬੇਸਿਕ ਮੁੱਦਾ ਹੈਗਾ ਜਿਹੜੇ ਨਵੇਂ ਖੇਤੀ ਕਾਨੂੰਨ ਪਾਸ ਹੋਏ ਹੈ ਉਹਨਾਂ ਦੇ ਖਿਲਾਫ ਅੰਦੋਲਨ ਦਾ। ਕੀ ਉਹਨਾਂ ਦੇ 'ਚ ਸੋਧ ਦੀ ਜ਼ਰੂਰਤ ਹੈ? ਵਾਪਸ ਲਏ ਜਾਣਗੇ? ਦਿੱਲੀ ਗੱਲਬਾਤ ਦਾ ਸੱਦਾ? ਗੱਲ ਤਾਂ ਇੱਥੇ ਆ ਕੇ ਖੜੀ ਆ। ਉਸ ਮੁੱਦੇ ਤੇ ਗਰੇਵਾਲ ਜੀ ਮੈਂ ਜਵਾਬ ਚਾਹੁੰਦਾ। ਇਸ ਤਰ੍ਹਾਂ ਜੋ ਮਦਾ ਆਪਸ 'ਚ ਚਰਚਾ ਹੋਊਗੀ, ਗੱਲਬਾਤ ਹੋਊਗੀ, ਜੋ ਕਿਸਾਨ ਦੇ ਹਿੱਤ 'ਚ ਨਹੀਂ ਹੋਣਗੀਆਂ, ਕਿਸਾਨ ਸਰਕਾਰ ਨੂੰ ਸਮਝਾ ਦੇਗਾ, ਉਹਦੇ ਵਿੱਚ ਜ਼ਰੂਰ ਤਬਦੀਲੀਆਂ ਹੋਣਗੀਆਂ ਔਰ ਕਿਸਾਨ ਦੇ ਹਿੱਤ 'ਚ ਹੀ ਬਣੂਗਾ। ਹੁਣ ਜਗਤਾਰ ਜੀ, ਇੱਕ ਚੀਜ਼ ਮੈਂ ਦੱਸਦਾ ਕਿ ਸਰਕਾਰ ਨੇ ਜਿਹੜਾ ਕਾਨੂੰਨ ਬਣਾਇਆ ਉਹ ਇਹ ਸੋਚ ਕੇ ਬਣਾਇਆ ਸੀ ਵੀ ਇਹ ਕਿਸਾਨ ਦੇ ਹਿੱਤ 'ਚ ਆ। ਕਿਸਾਨ ਨੂੰ ਉਹ ਆਪਦੇ ਹਿੱਤ 'ਚ ਲੱਗਿਆ ਨਹੀਂ। ਕਿਸਾਨ ਕਹਿੰਦਾ ਕਿ ਇਹਨੂੰ ਬਦਲੋ, ਸਰਕਾਰ ਕਹਿੰਦੀ ਇਹ ਤੁਹਾਡੇ ਹਿੱਤ 'ਚ ਆ। ਹੁਣ ਆਪਸ 'ਚ ਬੈਠ ਕੇ ਚਰਚਾ 'ਚ ਹੀ ਤਾਂ ਗੱਲ ਹੋਣੀ ਹੈ ਨਾ ਸਾਰੀ। ਜੇ ਅਸੀਂ ਬੈਠਾਂਗੇ ਹੀ ਨਹੀਂ, ਗੱਲ ਨਹੀਂ ਕਰਾਂਗੇ, ਸੰਸਦ ਦਾ ਮਾਹੌਲ ਨਹੀਂ ਹੋਊਗਾ ਇੱਕ ਦੂਜੇ ਲਈ, ਕਿਉਂਕਿ ਸਰਕਾਰ ਤਾਂ ਪੂਰੀ ਤਰ੍ਹਾਂ ਇਹ ਸੋਚਦੀ ਹੈ ਕਿ ਬਈ ਇਹ ਦੇ ਹਿੱਤ 'ਚ ਆ। ਪਰ ਜੇ ਉਹ ਸਮਝਾ ਲਵੇ, ਮੈਂ
ਇੱਕ ਗੱਲ ਕਹਿਣੀ ਜ਼ਰੂਰ ਚਾਹੂੰਗਾ ਜਿਹੜੇ ਖੇਤੀ ਮਾਹਿਰ ਨੇ ਉਹਨਾਂ ਨੂੰ ਜ਼ਰੂਰ ਨਾਲ ਇੱਕ ਦੋ ਨੂੰ ਲੈ ਕੇ ਜਾਣ, ਜਿਹੜੇ ਉਹ ਪੂਰੀ ਗੱਲ ਸਮਝਾ ਲੈਣ। ਤੇ ਇਸ ਕਰਕੇ ਜੇ ਕਿਸਾਨਾਂ ਨੂੰ ਲੱਗਦਾ ਕਿ ਉਹ ਖੁਦ ਹੀ ਕਿਸਾਨ ਲੀਡਰ ਸਮਝਾ ਲੈਣਗੇ ਤਾਂ ਹੋਰ ਅੱਛੀ ਗੱਲ ਹੈ, ਸਾਨੂੰ ਉਹਦੇ 'ਚ ਕੋਈ ਦਿੱਕਤ ਨਹੀਂ ਹੈ। ਕਿਸਾਨ ਖੇਤੀ ਮਾਹਿਰਾਂ ਨਾਲ ਬਿਠਾਉਣ ਤੇ ਉਹ ਕਰਕੇ ਉਹਦਾ ਹੱਲ ਕੱਢ ਲੈਣ। ਉਹ ਪੰਜਾਬ ਦੇ ਵੀ ਅੱਛਾ, ਕਿਉਂਕਿ ਤੁਹਾਨੂੰ ਮੈਂ ਜਗਤਾਰ ਜੀ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਕਿ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਚੱਲ ਰਿਹਾ ਇਸ ਵੇਲੇ ਅੰਦੋਲਨ, ਹੁਣ ਬੜੇ ਲੋਕਾਂ ਨੇ ਜਿਹੜੇ ਪੈਸਾ ਇਨਵੈਸਟ ਕਰ ਸਕਦੇ ਆ ਉਹ ਇਨਵੈਸਟਰਸ ਨੇ ਨਹੀਂ ਆਉਣਾ। ਉਹਨਾਂ ਨੇ ਦੇਖ ਲਿਆ ਕਿ ਸਾਡੇ ਤਾਂ ਬਿਜ਼ਨਸ ਕਦੇ ਵੀ ਬੰਦ ਕਰ ਦੇਣਗੇ। ਇਸ ਕਰਕੇ ਉਹ ਜ਼ਰੂਰ ਜਲਦੀ ਇਸ ਮਸਲੇ ਦਾ ਹੱਲ ਨਿਕਲਣਾ ਚਾਹੀਦਾ। ਉਹ ਪੰਜਾਬ ਦੇ ਇਨਵੈਸਟਮੈਂਟ। ਹਾਂਜੀ ਗਰੇਵਾਲ ਜੀ ਬਹੁਤ ਵੱਡੀ ਗੱਲ ਕੀਤੀ ਹੈ ਸਰ, ਬਹੁਤ ਵੱਡੀ ਗੱਲ ਕਹੀ ਹੈ। ਮੈਂ ਅੱਗੇ ਸਵਾਲ ਲੈਣ ਜਾ ਰਿਹਾ। ਤੁਸੀਂ ਠੀਕ ਕਹਿ ਰਹੇ ਹੋ ਕਿ ਅਡਾਨੀ ਅੰਬਾਨੀ ਨੇ ਜਿੱਦਾਂ ਦਾ ਪੰਜਾਬ 'ਚ ਮਾਹੌਲ ਨਹੀਂ ਆਉਣਾ, ਮੇਰੀ ਗੱਲ 'ਚ ਵਾਧਾ ਹੀ ਕਰਦਾ ਹੈ। ਜਿਹੜੇ ਪਿੰਡ 'ਚ ਕਿਸੇ ਨੇ ਆਉਣਾ, ਜੇ ਪਿੰਡ ਹੀ ਉਜੜ ਗਿਆ ਤਾਂ ਉੱਥੇ ਚਿਰਾਗ ਪਿੰਡ ਕਿਸੇ ਨੇ ਕੀ ਲੈਣ ਜਾਣਾ ਹੈ। ਜਿਹੜੇ ਪਿੰਡ 'ਚ ਕੋਈ ਸਵਾਗਤ ਕਰਨ ਵਾਲਾ ਹੀ ਨਹੀਂ ਰਹੇਗਾ, ਉਸ ਪਿੰਡ 'ਚ ਨਾ ਅਡਾਨੀ ਆਏਗਾ ਨਾ ਅੰਬਾਨੀ ਆਏਗਾ, ਉੱਥੇ ਕੋਈ ਨਹੀਂ ਆਏਗਾ। ਗਰੇਵਾਲ ਜੀ ਅਸੀਂ ਇਹਨੂੰ ਇਸ ਤਰ੍ਹਾਂ ਦੇਖਦੇ ਹਾਂ। ਜਗਤਾਰ ਜੀ ਜਿਸ ਮੁੱਦੇ ਤੇ ਗੱਲ ਕਰ ਰਹੇ ਹਾਂ ਬਹੁਤ ਅਹਿਮ ਮਾਮਲਾ ਹੈ। ਕੇਂਦਰ ਵੱਲੋਂ ਦੂਜੀ ਵਾਰ ਹਫ਼ਤੇ ਦੇ ਅੰਦਰ ਗੱਲਬਾਤ ਦਾ ਸੱਦਾ ਆਇਆ, ਇਹਦੇ 'ਚ ਸੰਜੀਦਗੀ ਹੈ। ਗਰੇਵਾਲ ਜੀ ਦਾ ਕਹਿਣਾ ਹੈ ਕਿ ਸੰਜੀਦਗੀ ਆ ਗੱਲਬਾਤ ਦੇ ਵਿੱਚ, ਵਿਰੋਧੀ ਤਰ੍ਹਾਂ ਦਾ ਕਹਿਣਾ ਕਿ ਗੋਂਗਲੂਆਂ ਤੋਂ ਮਿੱਟੀ ਝਾੜਨ ਦੇ ਗੱਲ। ਸਿੱਧੂ ਸਾਹਿਬ, ਮੈਂ ਇਸ ਗੱਲ ਬਾਰੇ ਆਮ ਆਦਮੀ ਪਾਰਟੀ ਦਾ ਵਿਚਾਰ ਤਾਂ ਇਹੀ ਹੈ ਕਿ ਚੰਗੀ ਗੱਲ ਹੈ ਗੱਲਬਾਤ ਹੋਵੇ ਦੋਵਾਂ ਧਿਰਾਂ ਦੇ ਵਿੱਚ, ਕਿਸਾਨ ਆਪਣਾ ਪੱਖ ਰੱਖਣਗੇ, ਜਿਹੜੀ ਵੀ ਗੱਲਬਾਤ ਹੈਗੀ ਆ ਸਾਰੀ ਗੱਲ ਦੱਸਣਗੇ ਵੀ ਆਹ ਇਸ ਤਰ੍ਹਾਂ ਕਾਨੂੰਨਾਂ ਦੀ ਹੈਗੀ ਹੈ ਗੱਲ, ਕਿਉਂਕਿ ਸਰਟੀਫਾਈਡ ਗੱਲ ਹੈ ਜਿਹੜੀ ਕਿਸਾਨ ਪੰਜਾਬ ਦਾ ਕਰ ਰਿਹਾ ਆ। ਪੰਜਾਬ ਦਾ ਕਿਸਾਨ ਇੱਕ ਜਾਗਰੂਕ ਕਿਸਾਨ ਹੈ, ਉਹਨਾਂ ਨੂੰ ਗੱਲ ਪੇਸ਼ ਕਰਨੀ ਆਉਂਦੀ ਹੈ, ਗੱਲ ਕਰਨੀ ਆਉਂਦੀ ਹੈ, ਉਹਨਾਂ ਨੂੰ ਪਤਾ ਹੈ ਵੀ ਕਿਹੜੇ ਕਾਨੂੰਨ ਦਾ ਕੀ ਮਤਲਬ ਹੈ। ਪਰ ਪਹਿਲਾਂ ਕਿਆਸ ਰਾਈਆਂ ਲਾਉਣ ਦੀ ਗੱਲ ਜਿਹੜੀ ਆ ਉਹ ਇਸ ਕਰਕੇ ਆ ਕਿ ਜਿਸ ਤਰ੍ਹਾਂ ਕਾਨੂੰਨ ਪਾਸ ਕਿਸ ਤਰ੍ਹਾਂ ਕੀਤੇ ਆ, ਜਾਂ ਗਰੇਵਾਲ ਸਾਹਿਬ ਜਾਂ ਇਹਨਾਂ ਦੇ ਹੋਰ ਬੁਲਾਰੇ ਬਾਰ-ਬਾਰ ਡਿਕਲੇਅਰ ਕਰਦੇ ਰਹੇ ਆ ਵੀ ਤਬਦੀਲੀ ਨਹੀਂ ਕਰਨੀ ਅਸੀਂ ਕੋਈ, ਪਰ ਅੱਜ ਗਰੇਵਾਲ ਸਾਹਿਬ ਦੇ ਐਟੀਟਿਊਡ ਵਿੱਚ ਤਬਦੀਲੀ ਹੈ ਥੋੜੀ ਜਿਹੀ ਕਿ ਜਿਹੜੀ ਕਿਸਾਨਾਂ ਦੇ ਹਿੱਤ ਦੀ ਗੱਲ ਨਹੀਂ ਹੋਊਗੀ ਉਹ ਤਬਦੀਲ ਹੋ ਜਾਏਗੀ। ਸੋ ਅਸੀਂ ਤਾਂ ਚਾਹੁੰਦੇ ਹਾਂ ਕਿ ਇਹ ਕਾਨੂੰਨ ਫਾਰਮਰ ਫਰੈਂਡਲੀ ਕਾਨੂੰਨ ਬਣਾਇਆ ਜਾਵੇ, ਜਿਹੜਾ ਵੀ ਬਣਾਉਣਾ ਹੈ। ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਨੂੰ ਚਾਹੀਦਾ ਸੀਗਾ ਜਿਹੜਾ ਸਲੀਕਾ ਹੁੰਦਾ ਹੈ ਕਾਨੂੰਨ ਪਾਸ ਕਰਨ ਦਾ, ਕਿ ਜਿਹੜੀਆਂ ਧਿਰਾਂ ਨੂੰ ਪ੍ਰਭਾਵਿਤ ਕਰਨਾ ਲਈ ਜਾਂਦੀ ਆ ਉਹਨਾਂ ਨਾਲ ਮੀਟਿੰਗਸ ਕੀਤੀਆਂ ਜਾਂਦੀਆਂ। ਇੱਕ ਪ੍ਰੋਸੀਜਰ ਹੈ ਜਿਹੜਾ ਪੀਪਲ ਫਰੈਂਡਲੀ ਲਾਅ ਬਣਾਉਣ ਵਾਸਤੇ, ਉਹ ਨਹੀਂ ਅਡਾਪਟ ਕੀਤਾ ਗਿਆ। ਸਮਾਂ ਉਹ ਜਿਹੜਾ ਐਮਰਜੈਂਸੀ 'ਚ ਪਹਿਲਾਂ ਆਰਡੀਨੈਂਸ ਕਰਤੇ, ਬਾਅਦ ਧੱਕੇ ਨਾਲ ਰਾਜ ਸਭਾ 'ਚ ਬਿੱਲ ਪਾਸ ਕਰਾਇਆ ਗਿਆ, ਜਿਸ ਤਰ੍ਹਾਂ ਸਾਰਿਆਂ ਦੇ ਸਾਹਮਣੇ ਆ। ਉਹਨਾਂ ਨੂੰ ਮੈਂ ਰਿਪੀਟ ਨਹੀਂ ਕਰਨਾ ਚਾਹੁੰਦਾ, ਪਰ ਇਹ ਇੱਕ ਸ਼ੁਭ ਸਾਨੂੰ ਆਸ ਕੋਈ ਨਹੀਂ ਹੈ ਇਹਨਾਂ ਤੋਂ। ਇਹ ਮਤਲਬ ਕਿਉਂਕਿ ਹੁਣ ਤੱਕ ਇਹੀ ਕਹਿੰਦੇ ਰਹੇ ਅਸੀਂ ਕਿਸਾਨਾਂ ਨੂੰ ਸਮਝਾਵਾਂਗੇ, ਪਰ ਚੰਗੀ ਗੱਲ ਹੈ ਕਿਸਾਨ ਜਥੇਬੰਦੀਆਂ ਤੇ ਕੇਂਦਰ ਸਰਕਾਰ ਦੇ ਵਿੱਚ ਗੱਲਬਾਤ ਹੋਵੇਗੀ, ਇੱਕ ਚੰਗੀ ਗੱਲ। ਓਕੇ, ਥੈਂਕ ਯੂ। ਮੈਂ ਡਾਕਟਰ ਗਿਆਨ ਸਿੰਘ ਜੀ ਕਾਫੀ ਦੇਰ ਦੇ ਇੰਤਜ਼ਾਰ ਕਰ ਰਿਹਾ। ਡਾਕਟਰ ਸਾਹਿਬ, ਜਿਹੜਾ ਗੱਲਬਾਤ ਦਾ ਸੱਦਾ ਹੈ, ਇਹ ਸੱਦੇ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਕਿੰਨੀ ਕੁ ਸੰਜੀਦਗੀ ਨਜ਼ਰ ਆਉਂਦੀ ਹੈ, ਕਿੰਨੀ ਵੱਡੀ ਚੁਣੌਤੀ ਹੈ ਕਿਸਾਨ ਜਥੇਬੰਦੀਆਂ ਦੇ ਸਾਹਮਣੇ? ਦੇਖੋ, ਗੱਲਬਾਤ ਦਾ ਸੱਦਾ ਬਹੁਤ ਵਧੀਆ ਗੱਲ ਹੈ। ਇਹ ਕਿਸਾਨ ਜਥੇਬੰਦੀਆਂ ਦਾ ਮੰਨਣਾ ਉਹ ਵੀ ਬਹੁਤ ਵਧੀਆ ਗੱਲ ਹੈ। ਗੱਲ ਤਾਂ ਇਹ ਹੈ ਕਿੰਨੀ ਕਿ ਸੰਜੀਦਗੀ ਨਾਲ ਗੱਲਬਾਤ ਕੀਤੀ ਜਾਊਗੀ। ਇਕੱਲੇ ਕਿਸਾਨਾਂ ਦੀ ਨਹੀਂ ਹੈਗੀ ਗੱਲ, ਤਾਂ ਇਹ ਕਿਸਾਨਾਂ ਦੀ ਹੈ, ਖਪਤਕਾਰਾਂ ਦੀ ਹੈ, ਪੂਰੇ ਦੇਸ਼ ਦੀ ਹੈ, ਫੂਡ ਸਿਕਿਉਰਿਟੀ ਦੀ ਹੈ, ਸੰਘੀ ਢਾਂਚੇ ਦੀ ਹੈ। ਗੱਲ ਵੱਡੀ ਹੈ। ਜੇ ਵੱਡੀ ਗੱਲ ਹੈ ਤਾਂ ਵੱਡੇ ਸੰਦਰਭ 'ਚ ਕੀਤੀ ਜਾਊਗੀ। ਸਿਰਫ ਇਹ ਨਹੀਂ ਕਿ ਥੋੜ੍ਹੀਆਂ ਬਹੁਤੀਆਂ ਰਿਆਇਤਾਂ ਦੇ ਕੇ, ਥੋੜ੍ਹਾ ਬਹੁਤਾ ਕੌਮਾ ਬਿੰਦੀ ਠੀਕ ਕਰਕੇ ਗੱਲ ਠੀਕ ਆਉਣ ਵਾਲੀ ਨਹੀਂ। ਗੱਲ ਇਸ ਤਰ੍ਹਾਂ ਦੀ ਚਲਾਉਣ ਵਾਲੀ ਹੈ ਕਿ ਸਾਨੂੰ 1991 ਤੋਂ ਬਾਅਦ ਲਗਾਤਾਰ ਜਿਹੜਾ ਕੁਝ ਪਰੋਸ ਕੇ ਦਿੱਤਾ ਜਾ ਰਿਹਾ ਵੱਖ-ਵੱਖ ਸਰਕਾਰਾਂ ਦੁਆਰਾ, ਇਹ ਉਹ ਤੋਂ ਵਾਪਸ ਮੁੜਨ ਵਾਲੀ ਹੈ ਕਿ ਅਸੀਂ ਕਾਰਪੋਰੇਟ ਵਿਕਾਸ ਮਾਡਲ ਤੋਂ ਲੋਕ ਪੱਖੀ ਆਰਥਿਕ ਵਿਕਾਸ ਮਾਡਲ ਵੱਲ ਆਈਏ, ਜਿਹਦੇ ਨਾਲ 1% ਦੇ 99% ਦੀਆਂ ਆਰਥਿਕ ਸਮਾਨਤਾਵਾਂ ਘਟਣ, ਤੇ ਜਿਹੜਾ ਕਿਰਤੀ ਵਰਗ ਹੈ ਇਹ ਉਹਨੂੰ ਵੀ ਜ਼ਿੰਦਗੀ ਦੀਆਂ ਮੁੱਢਲੀਆਂ 7 ਲੋੜਾਂ ਪੂਰੀਆਂ ਕਰਨ 'ਚ ਔਖ ਨਾ ਆਵੇ। ਅੱਜ ਤਾਂ 2 ਡੰਗ ਦੀ ਰੋਟੀ ਲਈ ਚੁੱਲ੍ਹਾ ਬਾਲਣ ਲਈ ਵੀ ਉਹਨਾਂ ਨੂੰ ਕਰਜ਼ਾ ਲੈਣਾ ਪੈ ਰਿਹਾ ਹੈ, ਜਾਂ ਉਹ ਖੁਦਕਸ਼ੀਆਂ ਕਰ ਰਹੇ ਨੇ, ਜਾਂ ਉਹ ਭੁੱਖੇ ਮਰ ਰਹੇ ਨੇ, ਜਾਂ ਦਰਕਾਰੇ ਜਾ ਰਹੇ, ਜਾਂ ਉਜਾੜੇ ਜਾ ਰਿਹਾ ਹੈ। ਇਸ ਲਈ ਗੱਲਬਾਤ ਤਾਂ ਕਿਸਾਨ ਜਥੇਬੰਦੀਆਂ ਜਾਂ ਕਰਨਗੀਆਂ, ਉਦੋਂ ਬਾਅਦ ਨਿਖਰ ਕੇ ਸਾਹਮਣੇ ਆਊ ਵੀ ਕਿਹੜੇ ਪਾਸੇ ਨੂੰ ਇਹ ਚੱਲ ਰਹੀ ਹੈਗੀ ਹੈ। ਜੀ ਡਾਕਟਰ ਸਾਹਿਬ, ਆਪਾਂ ਕਹਿ ਰਹੇ ਹਾਂ ਕਿ ਇਸ ਦਾ ਪਤਾ ਲੱਗੇਗਾ ਗੱਲਬਾਤ ਹੋਣ ਤੋਂ ਬਾਅਦ, ਬਿਲਕੁਲ ਸਹੀ ਗੱਲ ਹੈ। ਪਰ ਜਿਹੜਾ ਤੁਸੀਂ ਇੱਕ ਬਹੁਤ ਵੱਡਾ ਸਵਾਲ ਛੱਡ ਕੇ ਜਾ ਰਹੇ ਹੋ
ਕਾਰਪੋਰੇਟ ਵਾਰਡ ਦੀ ਗੱਲ ਕਰਦੇ ਹਾਂ, ਕਿਸਾਨ ਕਹਿ ਰਹੇ ਹੈ ਕਿ ਅਸੀਂ ਕਾਰਪੋਰੇਟ ਵਾਰਡ ਜਿਹੜਾ ਹੈਗਾ ਉਹਨਾਂ ਦੇ ਹਾਊਸੇ ਉਹਨਾਂ ਨਾਲ ਸਿੱਧੀ ਟੱਕਰ ਹੈ। ਕੀ ਕਾਰਪੋਰੇਟ ਮੁੱਦੇ ਦੇ ਉੱਤੇ ਕੇਂਦਰ ਦੀ ਮੋਦੀ ਸਰਕਾਰ ਤੁਹਾਨੂੰ ਲੱਗਦਾ ਹੈ ਕੋਈ ਸਮਝੌਤਾ ਕਰ ਸਕਦੀ ਹੈ? ਇਹ ਸਿੱਧੂ ਸਾਹਿਬ, ਮੈਂ ਜਿਹੜੀ ਗੱਲ ਕਹੀ ਹੈ, ਮੈਂ ਇਕੱਲੀ ਕਾਰਪੋਰੇਟ ਆਰਥਿਕ ਵਿਕਾਸ ਮਾਡਲ ਦੀ ਗੱਲ ਨਹੀਂ ਕੀਤੀ, ਮੈਂ ਸੰਘੀ ਢਾਂਚੇ ਦੀ ਵੀ ਗੱਲ ਕੀਤੀ ਹੈ, ਮੈਂ ਕਿਰਤੀਆਂ ਦੀ ਵੀ ਗੱਲ ਕੀਤੀ ਹੈ, ਮੈਂ ਲੋਕਤੰਤਰ ਦੀ ਸਭ ਤੋਂ ਥੱਲੇ ਵਾਲੀ ਕੜੀ ਗ੍ਰਾਮ ਸਭਾਵਾਂ ਦੀ ਗੱਲ ਵੀ ਕਰਦਾ। ਇਹ ਸਾਰਾ ਕੁਝ ਕਰਨਾ ਪਊਗਾ। ਇਹ ਮੋਦੀ ਸਰਕਾਰ ਇਹਦੇ ਆਉਂਦੀ ਨਹੀਂ ਆਉਂਦੀ, ਇਹਦੇ ਬਾਰੇ ਮੇਰੇ ਲਈ ਕਹਿਣਾ ਬਹੁਤ ਮੁਸ਼ਕਲ ਹੈਗਾ। ਤੇ ਪਰ ਆਖਰਕਾਰ ਜੇ ਦੇਸ਼ ਨੂੰ ਅੱਗੇ ਜਾਣਾ ਹੈ, ਲੋਕਾਂ ਨੂੰ ਜਿਉਂਦੇ ਰੱਖਣਾ ਹੈ ਤੇ ਮਨੁੱਖਤਾ ਦੀ ਜੀਵਨ ਰੇਖਾ ਨੂੰ ਚੱਲਦੇ ਰੱਖਣਾ ਹੈ, ਤਾਂ ਸਾਨੂੰ ਇਹਨਾਂ ਗੱਲਾਂ ਵੱਲ ਆਉਣਾ ਪਊਗਾ ਕਿ ਲੋਕ ਪੱਖੀ ਆਰਥਿਕ ਵਿਕਾਸ ਮਾਡਲ ਵੱਲ ਆਉਣਾ ਪਊਗਾ। ਕਾਰਪੋਰੇਸ਼ਨਾਂ ਕਹਿੰਦਾ ਇੱਕਦਮ ਐਲੀਮੀਨੇਟ ਹੋ ਜਾਣਗੀਆਂ, ਕਿ ਕਾਰਪੋਰੇਸ਼ਨਾਂ ਦੀ ਜਗ੍ਹਾ ਆਲਟਰਨੇਟਿਵ ਸਾਨੂੰ ਲੱਭਣਾ ਪਊਗਾ, ਜਿਵੇਂ ਕੋਆਪਰੇਟਿਵ ਹੈਗੇ, ਪ੍ਰੋਡਿਊਸਰ ਆਰਗੇਨਾਈਜੇਸ਼ਨ ਹੈਗੀਆਂ, ਕੁਝ ਹੋਰ ਹੋ ਸਕਦੇ ਹੈਗੇ। ਹਾਂਜੀ, ਥੈਂਕ ਯੂ ਵੈਰੀ ਮਚ। ਆਪਾਂ ਲੈਣਾ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਹਨਾਂ ਮੁੱਦਿਆਂ ਤੇ ਆ ਰਹੇ ਹਾਂ ਵਾਪਸ। ਪੰਜਾਬ ਤੇ ਦੇਸ਼ ਦੇ ਲਈ ਇੱਕ ਬਹੁਤ ਵੱਡਾ ਸਵਾਲ, ਕੇਂਦਰ ਵੱਲੋਂ ਜਿਹੜਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਦਾ ਸੱਦਾ ਪੱਤਰ ਹੈ, ਕਿੰਨਾ ਕੁ ਸਾਰਥਕ ਹੈ? ਇਹਨਾਂ ਮੁੱਦਿਆਂ ਤੇ ਆਪਾਂ ਲਵਾਂਗੇ ਸਵਾਲ ਨਿੱਕੀ ਜਿਹੀ ਬ੍ਰੇਕ ਦੇ ਬਾਅਦ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਗਰੇਵਾਲ ਸਾਹਿਬ, ਬ੍ਰੇਕ ਤੋਂ ਪਹਿਲਾਂ ਜਦੋਂ ਤੁਸੀਂ ਗੱਲ ਕਰ ਰਹੇ ਸੀ ਕਿ ਚੰਗੀ ਗੱਲ ਹੈ, ਕੁਝ ਸਿਹਰ ਦੇ ਨਤੀਜੇ ਆ ਸਕਦੇ ਹੈ ਕਿਸਾਨ ਜਥੇਬੰਦੀਆਂ ਤੇ ਕੇਂਦਰ ਵਿਚਕਾਰ ਗੱਲਬਾਤ ਦੇ, ਪਰ ਮੈਂ ਤੁਹਾਡਾ ਧਿਆਨ ਜਿਹੜਾ ਪ੍ਰਧਾਨ ਮੰਤਰੀ ਨੇ ਕੱਲ ਜਿਸ ਤਰ੍ਹਾਂ ਬਿਆਨ ਦਿੱਤਾ, ਉਹਨਾਂ ਨੇ ਕਿਹਾ ਲਗਾਤਾਰ ਕਹਿੰਦੇ ਆ ਰਹੇ ਹੈ ਕਿ ਜਿਹੜੀਆਂ ਵਿਰੋਧੀ ਧਿਰਾਂ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ। ਨੰਬਰ 1। ਨੰਬਰ 2, ਆਪਾਂ ਜਿਸ ਮੌਕੇ ਤੇ ਗੱਲ ਕਰ ਰਹੇ ਹਾਂ, ਕੇਂਦਰ ਦੇ 10 ਮੰਤਰੀਆਂ ਨੇ ਤੈਅ ਕੀਤਾ ਹੈ ਕਿ ਪੰਜਾਬ 'ਚ ਜਿਹੜੀਆਂ ਹੈਗੀਆਂ ਵਰਚੁਅਲ ਕਾਨਫਰੰਸਾਂ ਕਰਕੇ ਕਿਸਾਨਾਂ ਨੂੰ ਗਾਈਡ ਕੀਤਾ ਜਾਏਗਾ ਕਿ ਨਵੇਂ ਖੇਤੀ ਕਾਨੂੰਨ ਕਿੰਨੇ ਫਾਇਦੇਮੰਦ ਹੈ। ਕਿਤੇ ਲੱਗਦਾ ਨਹੀਂ ਕਿ ਇਹ ਟਕਰਾਅ ਵਾਲਾ ਰਾਹ, ਇੱਕ ਪਾਸੇ ਆਪਾਂ ਗੱਲਬਾਤ ਲਈ ਹੱਥ ਵਧਾ ਰਹੇ ਹਾਂ, ਦੂਜੇ ਪਾਸੇ ਆਪਾਂ ਉਹ ਜਿਹੜੇ ਕਾਨੂੰਨ ਆ ਉਹਨਾਂ ਨੂੰ ਡਿਫੈਂਡ ਕਰਨ ਦੇ ਲਈ 10 ਮੰਤਰੀਆਂ ਦੀ ਡਿਊਟੀ ਲਾਤੀ ਹੈ ਕਿ ਪੰਜਾਬ 'ਚ ਜਾ ਕੇ ਵਰਚੁਅਲ ਰੈਲੀਆਂ ਕਰੋ। ਇਹ ਦੋਹਰਾ ਚਿਹਰਾ ਨਹੀਂ ਨਜ਼ਰ ਆ ਰਿਹਾ ਅਗਰੇਵਾਲ ਜੀ? ਜੀ ਨਹੀਂ ਸਰ ਜੀ, ਉਹ ਜਿਹੜੀ 10 ਮੰਤਰੀਆਂ ਦੀ ਡਿਊਟੀ ਲਾਈ ਹੈ ਨਾ, ਉਹ ਕਿਸ ਵਾਸਤੇ ਲਾਈ ਆ ਕਿ ਮੰਤਰੀ ਵੀਡੀਓ ਕਾਨਫਰੰਸ ਦੇ ਜ਼ਰੀਏ ਕਿਸਾਨਾਂ ਨਾਲ ਗੱਲ ਕਰਨਗੇ, ਕਿਸਾਨ ਆਪਣੇ ਸਵਾਲ ਕਰਨਗੇ ਉਹਨਾਂ ਨੂੰ ਆਮ ਜਨਤਾ ਚੋਂ ਕਿ ਬਈ ਆਹ ਕਾਨੂੰਨ ਗਲਤ ਆ, ਇਹਦੇ ਤੇ ਇਹ ਤੁਸੀਂ ਗਲਤ ਬਣਾਇਆ, ਸਾਡਾ ਨੁਕਸਾਨ ਹੋ ਜਾਏਗਾ। ਉਹ ਫਿਰ ਉਸ ਚੀਜ਼ ਤੇ ਮੰਤਰੀ ਨੇ ਜਵਾਬ ਦੇਣਾ ਹੈਗਾ ਕਿ ਬਈ ਇਹ ਕਾਨੂੰਨ ਨਾਲ ਤੁਹਾਡਾ ਇਹ ਨੁਕਸਾਨ ਨਹੀਂ ਹੋਣਾ। ਤੇ ਉਹੀ ਗੱਲ ਵਾਰਤਾਲਾਪ ਸਿੱਧਾ ਆਮ ਕਿਸਾਨਾਂ ਨਾਲ ਹੋਵੇ, ਉਹ ਉਹਨਾਂ ਨੇ ਜ਼ਰੂਰੀ ਸਮਝਿਆ, ਕਿਉਂਕਿ ਅਸਲ 'ਚ ਗੱਲ ਕੀ ਆ ਕਿ ਕੈਪਟਨ ਅਮਰਿੰਦਰ ਸਿੰਘ ਗਏ ਔਰ ਉਧਰ ਅਕਾਲੀ ਦਲ ਗਿਆ, ਤੇ ਪਹਿਲਾਂ ਇਹਨਾਂ ਨੇ ਕੋਈ ਆਬਜੈਕਸ਼ਨ ਨਹੀਂ ਕੀਤਾ, ਬਾਅਦ 'ਚ ਸਾਰੇ ਕਾਨੂੰਨਾਂ ਤੇ ਆਬਜੈਕਸ਼ਨ ਕਰਤੇ। ਇਹਨਾਂ ਨੂੰ ਚਾਹੀਦਾ ਸੀ ਜੇ ਪੰਜਾਬ ਸਰਕਾਰ ਵੀ ਸੂਚਿਤ ਹੁੰਦੀ ਤਾਂ ਇਹ ਪਹਿਲਾਂ ਆਪਣੀ ਐਕਸਪਰਟਸ ਨੇ ਜਾਂ ਲੋਕ ਨੇ ਜਿਸ ਤਰ੍ਹਾਂ ਡਾਕਟਰ ਨੇ, ਇਹਨਾਂ ਸਾਰਿਆਂ ਨੂੰ ਬੁਲਾਉਂਦੇ, ਇਹਨਾਂ ਨੂੰ ਕਹਿੰਦੇ ਵੀ ਤੁਸੀਂ ਬਣਾ ਕੇ ਦੱਸੋ ਕਿ ਇਹਨਾਂ 'ਚ ਕਿਹੜੇ ਕਿਹੜੇ ਮਤਾਂ ਜਿਹੜੀਆਂ ਨੇ ਉਹ ਗਲਤ ਨੇ, ਉਹਦੀ ਕੀ ਤਰਮੀਮ ਹੋਣੀ ਚਾਹੀਦੀ ਹੈ। ਉਹ ਕੇਂਦਰ ਸਰਕਾਰ ਭੇਜ ਨਾ ਇਹ ਕੰਮ ਕਰਦੇ ਕਿ ਜਿਹੜਾ ਹੈਗਾ ਇਹ ਕਾਲੇ ਜੇ ਫਲਾਣਾ ਨੇ ਉਹਦੇ 'ਚ ਸੁਝਾਅ ਦੇਣ ਵਾਲੀ ਗੱਲ ਸੀ ਤੇ ਸਰਕਾਰ ਨੂੰ ਕਹਿੰਦੇ ਕੇਂਦਰ ਨੂੰ ਵੀ ਆ ਚੇਂਜ ਕਰੋ। ਤੇ ਜਦੋਂ ਤੁਸੀਂ ਪਹਿਲਾਂ ਸਹਿਮਤੀ ਦੇ ਕੇ ਆਏ ਉਦੋਂ ਕਿਉਂ ਦੇ ਕੇ ਆਏ? ਜਦੋਂ ਤੁਸੀਂ ਹੁਣ ਐਵੇਂ ਭੜਕਾਈ ਜਾਂਦੇ ਹੋ ਲੋਕਾਂ ਨੂੰ, ਭੜਕਾਉਣ ਦੀ ਬਜਾਏ ਤੁਸੀਂ ਇਹ ਦੱਸੋ ਇਹਦੇ 'ਚ ਗਲਤ ਕੀ ਆ। ਔਰ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਤਾਂ ਪ੍ਰਸ਼ੰਸਾ ਕਰਦੇ ਰਹੇ ਸਟੇਜਾਂ, ਫਿਰ ਉਹ ਸਮਝਾਉਂਦੇ, ਇਹ ਪ੍ਰਧਾਨ ਮੰਤਰੀ ਗੱਲ ਕਹਿ ਰਹੇ ਨੇ ਉਹ ਗੱਲ ਨੂੰ ਕਹਿ ਰਹੇ ਨੇ, ਔਰ ਭਾਜਪਾ ਵੀ ਉਸ ਗੱਲ ਨੂੰ ਮਹਿਸੂਸ ਕਰਦੀ ਆ ਕਿ ਵੀ ਇਹ ਤਾਂ ਭੜਕਾਉਣ ਵਾਲਾ ਕਿਸਾਨਾਂ ਦੇ ਹਿੱਤ ਪੂਰੇ ਕਰ ਰਹੇ ਆ। ਕਿਸਾਨ ਦਾ ਹਿੱਸਾ ਇਹ ਆ ਉਹ ਦੱਸਣ ਕਿ ਕੀ ਕਰਦਾ ਹੈ, ਕੀ ਠੀਕ ਕਰਨ ਵਾਲਾ। ਜਿਸ ਤਰ੍ਹਾਂ ਹੁਣ ਕਿਸਾਨ ਜਥੇਬੰਦੀਆਂ ਜਾਣਗੀਆਂ ਉਹ ਨਾ ਬਈ ਆਹ ਗੱਲ ਤਾਂ ਨਹੀਂ ਹੈ, ਤੇ ਉਹਦੇ 'ਚ ਸਰਕਾਰ ਵੀ ਗੱਲ ਕਰਨ ਨੂੰ ਤਿਆਰ ਆ, ਆਪਸ ਸਹਿਮਤੀ ਬਣ ਕਾਨੂੰਨ ਲਾਗੂ ਹੋਣਗੇ। ਆਹੀ ਤਾਂ ਗੱਲ ਜੀ ਜੀ ਗਰੇਵਾਲ ਜੀ, ਸਵਾਲ ਜਿਹੜਾ ਹੈਗਾ ਜੀ ਗਰੇਵਾਲ ਜੀ, ਜਿੱਥੋਂ ਤੱਕ ਪਾਰਟੀਆਂ ਦਾ ਅਸਲ ਸਵਾਲ ਹੈਗਾ, ਪਾਰਟੀਆਂ ਤੇ ਜਿਹੜਾ ਅਕਾਲੀ ਦਲ ਹੈ ਤੁਹਾਡੇ ਨਾਲ ਉਹਨਾਂ ਦਾ ਕੱਲ ਤੱਕ 9 ਮਾਰਚ ਦਾ ਰਿਸ਼ਤਾ ਸੀ, ਜੋ ਇੱਕ ਦੂਜੇ ਦੀ ਸਾਂਝ ਹੈ। ਬਾਦਲ ਸਾਹਿਬ ਮੋਦੀ ਦੀ ਜੈ ਜੈਕਾਰ ਕਰਦੇ ਸੀ ਤੇ ਮੋਦੀ ਸਾਹਿਬ ਜਾ ਕੇ ਪ੍ਰਕਾਸ਼ ਸਿੰਘ ਬਾਦਲ ਦੇ ਗੋਡੀ ਹੱਥ ਲਾਉਂਦੇ ਸੀ। ਇਹ ਤਾਂ ਦੋਹਾਂ ਪਾਰਟੀਆਂ ਦੇ ਆਪਸੀ ਰਿਸ਼ਤੇ, ਆਪਸੀ ਸਾਂਝ ਦੀ ਗੱਲ ਹੈ। ਪਰ ਜਿੱਥੋਂ ਤੱਕ ਸਵਾਲ ਹੈ ਕਿਸਾਨੀ ਦਾ, ਦੇਖੋ ਕਿਸਾਨੀ ਤਾਂ
ਇਹ ਜਿਹੜੇ ਨਵੇਂ ਕਾਨੂੰਨ ਆਏ ਆ ਉਹਨਾਂ ਨੂੰ ਰੱਦ ਕਰ ਰਹੀ ਹੈ। ਮੈਂ ਅੱਗੇ ਸਵਾਲ ਲੈਣ ਤੋਂ ਪਹਿਲਾਂ ਇੱਕ ਸਵਾਲ ਜ਼ਰੂਰ ਜਿਹੜਾ ਹੈਗਾ ਗਰੇਵਾਲ ਸਾਹਿਬ ਤੁਹਾਡੇ ਤੋਂ ਲੈਣਾ ਚਾਹਾਂਗਾ ਕਿ ਜਦੋਂ ਆਪਾਂ ਗੱਲਬਾਤ ਦੇ ਲਈ ਬੁਲਾ ਲਿਆ ਹੈ, ਕੇਂਦਰ ਨੇ ਗੱਲਬਾਤ ਲਈ ਬੁਲਾ ਲਿਆ ਹੈ, ਤਾਂ ਆਪਾਂ ਪੈਰਲਲ ਡਾਇਲਾਗ ਜਿਹੜਾ ਹੈਗਾ ਹੁਣ ਜਿਹੜੇ 10 ਜਿਹੜੇ ਮੰਤਰੀ ਲੋਕਾਂ ਨਾਲ ਤੁਸੀਂ ਕਹਿੰਦੇ ਕਿਸਾਨਾਂ ਨਾਲ ਗੱਲਬਾਤ ਕਰਨਗੇ, ਉੱਥੇ ਕਿਹੋ ਜਿਹੇ ਕਿਸਾਨ ਉਹਨਾਂ ਨੂੰ ਲੈ ਕੇ ਆ ਕੇ ਆਪਾਂ ਜਾਣਦੇ ਹਾਂ ਸਰਕਾਰੀ ਤੰਤਰ ਨੂੰ ਕਿੱਦਾਂ ਦੇ ਡਾਇਲਾਗ ਹੋਣਗੇ, ਕੀ ਹੁਣ ਉਹ ਕੀ ਜਿਹੜੇ ਉਹ ਰਾਏ ਆ ਜਿਹੜੇ ਉਹ ਕਿਸਾਨ ਰਾਏ ਦੇਣਗੇ ਉਹ ਮੰਨੀ ਜਾਏਗੀ ਕਿ ਜਾਂ ਜਿਹੜੇ ਦਿੱਲੀ ਬੁਲਾਏ ਗਏ ਆ ਉਹਨਾਂ ਦੀ ਰਾਏ ਮੰਨੀ ਜਾਏਗੀ। ਇਹ ਤਾਂ ਹੁਣ ਪੈਰਲਲ ਡਿਸਕਸ਼ਨ ਹੋ ਗਈ ਨਾ, ਇੱਕ ਪਾਸੇ 10 ਮੰਤਰੀ ਆਪਾਂ ਪੰਜਾਬ 'ਚ ਵਾੜਦੇ ਆ, ਦੂਜੇ ਪਾਸੇ ਆਪਾਂ ਦਿੱਲੀ ਬੁਲਾ ਲਿਆ, ਤਾਂ ਪੈਰਲਲ ਇਹ ਤਾਂ ਪੈਰਲਲ ਹੋ ਗਿਆ ਸਰ। ਨਹੀਂ ਜਗਤਾਰ ਜੀ, ਉਹ ਜਦੋਂ ਗੱਲਬਾਤ ਲਈ ਇਹ ਗਏ ਨਹੀਂ ਨਾ, ਉਸ ਤੋਂ ਬਾਅਦ ਤੈਅ ਕੀਤਾ ਗਿਆ। ਉਹ ਜੇ ਹੁਣ ਗੱਲਬਾਤ ਹੋਏਗੀ ਤਾਂ ਉਸ ਤੋਂ ਬਾਅਦ ਦੁਬਾਰਾ ਉਹ ਰੱਦ ਵੀ ਹੋ ਸਕਦਾ, ਉਹਦੇ 'ਚ ਕੋਈ ਇਹੋ ਜਿਹੀ ਗੱਲ ਨਹੀਂ ਹੈ। ਅਸੀਂ ਕੋਈ ਕਿਸਾਨਾਂ ਨਾਲ ਜਾਂ ਅਸੀਂ ਕਿਸੇ ਵੀ ਕਿਸਾਨ ਜਥੇਬੰਦੀ ਨਾਲ ਟਕਰਾਅ ਨਹੀਂ ਚਾਹੁੰਦੇ। ਅਸੀਂ ਤਾਂ ਚਾਹੁੰਦੇ ਹਾਂ ਕਿ ਆਰਾਮ ਨਾਲ ਪਿਆਰ ਨਾਲ ਕਿਸਾਨ ਦੇ ਹਿੱਤ 'ਚ ਫੈਸਲੇ ਹੋ ਜਾਣ, ਅਸੀਂ ਵੀ ਇਹੀ ਚਾਹੁੰਦੇ ਹਾਂ। ਤੇ ਜੇ ਸਾਨੂੰ ਨਹੀਂ ਹੈ ਤਾਂ ਸਾਨੂੰ ਜ਼ਰੂਰੀ ਹੈ ਉਹਨੂੰ ਲਾਗੂ ਕਰਨਾ, ਪਰ ਇੱਕ ਦੂਜੇ ਨਾਲ ਗੱਲਬਾਤ ਨਿਕਲੂਗਾ। ਗੱਲਬਾਤ ਹੋਣੀ ਚਾਹੀਦੀ ਹੈ, ਬਿਲਕੁਲ ਠੀਕ ਹੈ, ਗੱਲਬਾਤ ਸਾਰਥਕ ਹੋਣੀ ਚਾਹੀਦੀ ਹੈ, ਸਾਰਥਕ ਹੋਣ ਦੀ ਅਸੀਂ ਉਮੀਦ ਕਰਦੇ ਹਾਂ। ਜਗਤਾਰ ਸਿੰਘੜਾ ਜੀ ਪੋਲੀਟੀਕਲ ਤੌਰ ਤੇ ਜਿਹੜਾ ਮੰਤਰੀ ਤੋਂ ਲੈ ਕੇ ਹੇਠਾਂ ਤੱਕ ਪੰਜਾਬ ਦੀ ਲੀਡਰਸ਼ਿਪ ਤੱਕ ਗਰੇਵਾਲ ਜੀ ਵੀ ਕਹਿ ਰਹੇ ਹੈ ਕਿ ਲਗਾਤਾਰ ਜਿਹੜੀਆਂ ਵਿਰੋਧੀ ਧਿਰਾਂ ਚਾਹੇ ਹੁਣ ਪਹਿਲਾਂ ਹਮਾਇਤ 'ਚ ਵੀ ਰਹੇ, ਉਹਨਾਂ 'ਚੋਂ ਅਕਾਲੀ ਦਲ ਦੀ ਗੱਲ ਕਰਦੇ ਆ, ਕੈਪਟਨ ਅਮਰਿੰਦਰ ਦੀ ਗੱਲ ਕਰਦੇ ਆ, ਅੱਜ ਆਪ ਵੱਲੋਂ ਵੀ ਧਰਨਾ ਦਿੱਤਾ ਜਾ ਰਿਹਾ ਦਿੱਲੀ ਦੇ ਅੰਦਰ। ਵਿਰੋਧੀ ਧਿਰਾਂ ਕਿਸਾਨਾਂ ਨੂੰ ਮਿਸਲੀਡ ਕਰ ਰਹੀਆਂ ਇਸ ਮੁੱਦੇ ਤੇ। ਦਿੱਲੀ ਦੀ ਸਰਕਾਰ, ਕੇਂਦਰ ਦੀ ਸਰਕਾਰ ਤਾਂ ਚਾਹੁੰਦੀ ਹੈ ਕਿ ਇਸ ਮਾਮਲੇ ਦਾ ਕੋਈ ਹੱਲ ਨਿਕਲੇ। ਜੀ ਜਗਤਾਰ ਜੀ, ਦਿੱਲੀ ਦੀ ਸਰਕਾਰ ਹੁਣ ਕਹਿਣ ਲੱਗੀ ਆ ਵੀ ਇਸ ਮਸਲੇ ਦਾ ਕੋਈ ਹੱਲ ਨਿਕਲੇ, ਪਰੰਤੂ ਪਹਿਲਾਂ ਇਹ ਗੱਲ ਇਹੀ ਕਹਿ ਰਹੇ ਸੀਗੇ, ਪ੍ਰਚਾਰ ਕਰ ਰਹੇ ਸੀ ਕਿ ਕਾਨੂੰਨ ਬਿਲਕੁਲ ਠੀਕ ਹੈ, ਜੋ ਕੁਝ ਅਸੀਂ ਕਰਤਾ ਹੈ ਬਹੁਤ ਵਧੀਆ ਆ ਔਰ ਕਿਸਾਨਾਂ ਦਾ ਇਹਦੇ ਨਾਲ ਫਾਇਦਾ ਹੋਏਗਾ, ਕਿਸਾਨ ਦੇ ਹਿੱਤਾਂ ਦਾ ਬੜਾ ਕਾਨੂੰਨ ਹੈ। ਰਹੀ ਗੱਲ ਕਾਂਗਰਸ ਪਾਰਟੀ ਦੀ ਤੇ ਸ਼੍ਰੋਮਣੀ ਅਕਾਲੀ ਦਲ ਦੀ, ਸ਼੍ਰੋਮਣੀ ਅਕਾਲੀ ਦਲ ਦਾ ਤਾਂ ਸਾਰਿਆਂ ਦੇ ਸਾਹਮਣੇ ਹੀ ਹੈ ਕਿ ਕਿਸਾਨਾਂ ਦੇ ਦਬਾਅ ਹੇਠ ਜਦੋਂ ਪਤਾ ਲੱਗ ਗਿਆ ਵੀ ਸਾਰੇ ਕਿਸਾਨ ਜਥੇਬੰਦੀਆਂ, ਸਮੁੱਚੇ ਕਿਸਾਨ ਭਾਈਚਾਰਾ ਇੱਕ ਕਤਾਰ ਦੇ ਵਿੱਚ ਇਹਨਾਂ ਕਾਨੂੰਨਾਂ ਦੇ ਵਿਰੁੱਧ ਹੈ, ਤੇ ਉਸ ਤੋਂ ਬਾਅਦ ਆਪਣੀ ਸਿਆਸੀ ਜ਼ਮੀਨ ਖੁਰਦੀ ਦੇਖ ਕੇ ਉਹਨਾਂ ਨੇ ਧੱਕ ਚੱਪ ਲਿਆ। ਕਾਂਗਰਸ ਪਾਰਟੀ ਦੀ ਜਿਹੜੀ ਗੱਲ ਗਰੇਵਾਲ ਸਾਹਿਬ ਨੇ ਦੱਸੀ ਆ ਉਹ ਸਹੀ ਆ। ਸੈਕਟਰੀ ਐਗਰੀਕਲਚਰ ਨੇ ਸਤੰਬਰ 2019 ਦੇ ਵਿੱਚ ਇੱਕ ਰਿਪੋਰਟ ਸਬਮਿਟ ਕੀਤੀ ਸੀ ਮੁੱਖ ਮੰਤਰੀ ਸਾਹਿਬ ਨੂੰ ਕਿ ਕੇਂਦਰ ਸਰਕਾਰ ਸਾਡੀ ਸਾਰੇ ਸੈਕਟਰੀ ਐਗਰੀਕਲਚਰ ਵਾਲਿਆਂ ਦੀ ਮੀਟਿੰਗ ਹੋਈ ਹੈ, ਜਿਹਦੇ 'ਚ ਪ੍ਰਪੋਜ਼ਲ ਲਾਗੂ ਕਰਨ ਦੀ ਸੁਝਾਅ ਦਿੱਤੇ ਹੈ, ਤੇ ਇਹ ਪੰਜਾਬ ਵਾਸਤੇ ਠੀਕ ਨਹੀਂ ਰਹਿਣਾ, ਪੰਜਾਬ ਦਾ ਸਿਸਟਮ ਖਰਾਬ ਹੋਏਗਾ ਇਹਦੇ ਨਾਲ। ਤੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਉਹ ਰਿਪੋਰਟ ਜਿਹੜੀ ਆਪਣੀ ਕੈਬਨਿਟ ਨਾਲ ਵੀ ਨਹੀਂ ਸਾਂਝੀ ਕੀਤੀ, ਉਦਾਂ ਹੀ ਪਈ ਆ ਰਿਪੋਰਟ ਉਹ। ਔਰ ਉਸ ਤੋਂ ਬਾਅਦ ਜਿਹੜੀ 5 ਮੈਂਬਰੀ ਕਮੇਟੀ ਬਣਾਈ ਗਈ ਹੈ, ਉਹ 'ਚ ਮਹਾਰਾਸ਼ਟਰ ਦੇ ਸੀਐਮ ਸਾਹਿਬ ਜਿਹੜੇ ਸੀਗੇ ਉਹਦੇ ਕਨਵੀਨਰ ਸੀਗੇ, ਪੰਜਾਬ ਨੂੰ ਸ਼ਾਮਲ ਨਹੀਂ ਸੀ ਕੀਤਾ ਗਿਆ। ਪਹਿਲਾਂ ਵਾਰ ਚਲੋ ਇਹਨਾਂ ਨੇ ਇਤਰਾਜ਼ ਕੀਤਾ, ਪੰਜਾਬ ਨੂੰ ਸ਼ਾਮਲ ਕਰ ਲਿਆ। ਜਦੋਂ ਦੀ ਮੀਟਿੰਗ ਰੱਖੀ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਵੀ ਸੀਗੇ, ਮੁੱਖ ਮੰਤਰੀਆਂ ਦੀ ਕਮੇਟੀ ਸੀਗੀ, ਉਹ ਐਗਰੀਕਲਚਰ ਮਿਨਿਸਟਰ ਵੀ ਸੀਗੇ, ਇਹ ਆਪ ਗਏ ਨਹੀਂ, ਮਨਪ੍ਰੀਤ ਸਿੰਘ ਬਾਦਲ ਜੀ ਨੂੰ ਭੇਜਤਾ ਉੱਥੇ ਵਿੱਤ ਮੰਤਰੀ ਨੂੰ, ਉਹਨਾਂ ਨੇ ਵੀ ਕੋਈ ਖਾਸ ਉਹਦਾ ਨੋਟਿਸ ਨਹੀਂ ਲਿਆ। ਸੋ ਇਹ ਇੱਕ ਤਰ੍ਹਾਂ ਨਾਲ ਸਾਇਲੈਂਟ ਸਹਿਮਤੀ ਦਿੱਤੀ ਹੈ ਇਹਨਾਂ ਨੇ। ਇਹ ਜਦੋਂ ਸਾਰਾ ਪੰਜਾਬ ਦੇ ਕਿਸਾਨਾਂ ਦਾ ਦਬਾਅ ਪਿਆ, ਫਿਰ ਇਹ ਵੀ ਟਰੈਕਟਰ ਤੇ ਚੜ ਗਏ, ਗੱਲੀ ਬਾਤੀ ਵਿਰੋਧ ਕਰਨ ਲੱਗੇ, ਔਰ ਜਿਹੜਾ ਇਹਨਾਂ ਨੇ ਮਤਾ ਪਾਸ ਵੀ ਕੀਤਾ ਹੈ ਉਹ ਵੀ ਉੱਪਰ ਨਹੀਂ ਭੇਜਿਆ। ਆਲ ਪਾਰਟੀ ਮੀਟਿੰਗ ਕੀਤੀ ਆ, ਉਹਦੇ 'ਚ ਫੈਸਲਾ ਹੋਇਆ ਸੀਗਾ ਕਿ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਵਾਂਗੇ, ਕੋਈ ਆਪਣਾ ਪੱਖ ਰੱਖਾਂਗੇ ਪੰਜਾਬ ਦਾ, ਉਹ ਵੀ ਮਿਲ ਨਹੀਂ ਲੈ ਕੇ ਗਏ, ਇਹਨਾਂ ਨੇ ਅਗਵਾਈ ਕਰਨੀ ਸੀ। ਹੁਣ ਉਹ ਮਤਾ ਵਿਧਾਨ ਸਭਾ ਦਾ ਇਜਲਾਸ ਸੱਦ ਕੇ ਮਤਾ ਪਾਉਣ ਦੀ ਗੱਲ ਕੀਤੀ ਗਈ ਆ। ਕਾਂਗਰਸ ਨੇ, ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਜਥੇਬੰਦੀਆਂ ਨੂੰ ਉਹਦਾ ਵੀ ਬੜਾ ਰੁੱਖਾ ਜਿਹਾ ਜਵਾਬ ਦਿੱਤਾ ਹੈ। ਸੋ ਇਹ 'ਚ ਅੰਦਰੂਨੀ ਸਹਿਮਤੀ ਹੈਗੀ ਹੈ ਕਾਂਗਰਸ ਦੀ, ਇਹ ਦੋਨੇ ਪਾਰਟੀਆਂ ਪੋਲਿਟਿਕਸ ਕਰ ਰਹੀਆਂ। ਔਰ ਜਦੋਂ ਤੋਂ ਇਹ ਕਾਨੂੰਨ ਪਾਸ ਹੋਏ, ਆਰਡੀਨੈਂਸ ਹੋਇਆ ਨਾ, ਜਦੋਂ ਤੋਂ ਪਹਿਲਾਂ ਤੋਂ ਹੀ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਹੀ ਇਹਨਾਂ ਤਿੰਨਾਂ ਕਾਨੂੰਨਾਂ ਦਾ ਵਿਰੋਧ ਕਰ ਰਹੀ ਆ। ਜਿਸ ਤਰ੍ਹਾਂ ਐਗਰੀਕਲਚਰਲ ਇਕੋਨੋਮਿਸਟ ਜਾਂ ਐਗਰੀਕਲਚਰ ਅਪਲਾਈਡ ਫਾਈਨੈਂਸ ਦੇ ਮਾਹਰ ਜਿਹੜੇ ਆ, ਉਹ ਵੀ ਪਹਿਲੇ ਦਿਨ ਤੋਂ ਹੀ ਇਹਨਾਂ ਕਾਨੂੰਨਾਂ ਨੂੰ ਕਿਸਾਨ ਮਾਰੂ ਦੱਸ ਰਹੇ ਆ। ਉਹ ਦੂਸਰੀ ਗੱਲ ਇਹ ਆ, ਮੈਂ ਇੱਕ ਗੱਲ ਕਹਿਣੀ ਚਾਹੁੰਦਾ ਆ, ਥੋੜਾ ਜਿਹਾ ਲੰਬਾ ਹੋ ਗਿਆ, ਮੈਂ ਇੱਕ ਲਾਈਨ 'ਚ ਨਿਬੇੜ ਦਿੰਦਾ ਵੀ ਇਹ ਜਿਹੜੇ ਆ ਨਾ, ਚਾਂਸ ਨਹੀਂ ਹੈ ਬਹੁਤੇ ਕੇਂਦਰੀ ਸਰਕਾਰ ਦੇ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰਨ ਲਈ, ਕਿਉਂਕਿ ਇਹ ਮੋਟੀਵੇਸ਼ਨ ਦੇਖੋ ਨਾ ਤੁਸੀਂ ਕਿ ਇੱਕ ਐਮਰਜੈਂਸੀ COVID-19 ਦੇ ਐਮਰਜੈਂਸੀ ਦੇ ਦੌਰ ਚੱਲ ਰਿਹਾ, ਤੇ ਉਹਨਾਂ ਦਿਨਾਂ 'ਚ ਤੁਸੀਂ ਐਗਰੀਕਲਚਰ ਦੇ ਕਾਨੂੰਨ ਐਮਰਜੈਂਸੀ ਦੇ ਤੌਰ ਤੇ ਆਰਡੀਨੈਂਸ ਦੇ
ਜਾਰੀ ਕਰਕੇ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇੱਕ ਲੁਕਵੇਂ ਢੰਗ ਨਾਲ। ਫਿਰ ਰਾਜ ਸਭਾ ਜਿਹਦਾ ਪਾਸ ਕਰਾਇਆ, ਕਿਉਂਕਿ ਇਹਨਾਂ ਕਾਨੂੰਨਾਂ ਦੇ ਪਿੱਛੇ ਅਦਾਨੀ ਅੰਬਾਨੀ ਬਿਗ ਹਾਊਸ ਜਿਹੜੇ ਆ ਉਹ ਨੇ। ਬਾਕੀ ਮੈਂ ਇੱਕ ਗੱਲ ਇੱਕ ਲਾਈਨ 'ਚ ਹੋਰ ਕਹਿਣੀ ਚਾਹੁੰਦਾ, ਪਹਿਲਾਂ ਹੀ ਕੰਟਰੈਕਟ ਫਾਰਮਿੰਗ ਚੱਲ ਰਹੀ ਹੈ ਪੰਜਾਬ 'ਚ, ਫੇਲ ਹੋਈ ਹੈ ਮੌਜੂਦਾ ਸਿਸਟਮ ਦੇ ਵਿੱਚ। ਉਹਨਾਂ ਕਾਰਪੋਰੇਟ ਹਾਊਸਸ ਨੇ ਆਪ ਖੁਦ ਬਣਾ ਕੇ ਦਿੱਤੇ ਐਕਟ ਕਿ ਸਾਨੂੰ ਇਦਾਂ ਕਰ ਦਿਓ, ਇਸ ਤਰ੍ਹਾਂ ਦਾ ਸਾਨੂੰ ਬਣਾ ਕੇ ਦਿਓ, ਫਿਰ ਅਸੀਂ ਇੱਥੇ ਇਨਵੈਸਟਮੈਂਟ ਕਰਾਂਗੇ, ਜਿਹਦੇ 'ਚ ਅਬਨੋਰਮਲ ਪ੍ਰੋਫਿਟਸ ਕਹਿੰਦੇ ਆ ਇਹਨਾਂ ਨੂੰ। ਇਕਨੋਮਿਕਸ ਦੇ ਵਿੱਚ ਡਾਕਟਰ ਗਿਆਨ ਸਿੰਘ ਜੀ ਮੇਰੇ ਨਾਲ ਸਹਿਮਤ ਹੋਣਗੇ। ਸੋ ਉਹ ਕਾਨੂੰਨ ਇਹਨਾਂ ਨੇ ਲਾਗੂ ਕਰਤੇ ਆ। ਦੇਖੋ ਤੁਸੀਂ ਇੱਕ ਪੈਨ ਕਾਰਡ ਹੈ ਤੁਹਾਡੇ ਕੋਲ, ਉਹਦੇ ਨਾਲ ਤੁਸੀਂ ਜੋ ਮਰਜ਼ੀ ਕਰੀ ਚੱਲੋ, ਤੁਹਾਡੇ ਤੇ ਕੋਈ APMC ਐਕਟ ਨਹੀਂ ਲਾਗੂ, ਤੁਹਾਡੇ ਤੇ ਹੋਰ ਕੋਈ ਕਾਨੂੰਨ ਲਾਗੂ ਨਹੀਂ ਹੋਊਗਾ। ਜੇ ਕਿਸੇ ਵੀ ਗੱਲ ਤੇ ਕੋਈ ਪ੍ਰੋਬਲਮ ਹੈ ਤਾਂ ਤੁਸੀਂ SDM ਤੱਕ ਜਾਣਾ ਆ। ਸੋ ਜਿਹੜੀ ਮੋਟੀਵੇਸ਼ਨ ਨਾਲ ਲਾਗੂ ਕੀਤੇ ਹੈ ਨਾ ਕਾਨੂੰਨ, ਇਹਦੇ ਵਿੱਚ ਬਹੁਤ ਘੱਟ ਚਾਂਸਸ ਹੈ ਕਿ ਕੇਂਦਰ ਸਰਕਾਰ ਇਹਦੇ ਬਾਰੇ ਰੀਥਿੰਕ ਕਰੂਗੀ। ਬਾਕੀ ਸਮਾਂ ਦੱਸੇਗਾ ਸਿੱਧੂ ਸਾਹਿਬ। ਓਕੇ, ਥੈਂਕ ਯੂ ਵੈਰੀ ਮਚ। ਜਿਸ ਮੁੱਦੇ ਤੇ ਆਪਾਂ ਗੱਲ ਕਰਦੇ ਹਾਂ ਡਾਕਟਰ ਗਿਆਨ ਸਿੰਘ ਜੀ, ਬਾਰ-ਬਾਰ ਇਹ ਸਵਾਲ ਉੱਠਦਾ ਕਿ ਕੇਂਦਰ ਦੇ ਵਿੱਚ ਜਦੋਂ ਗੱਲਬਾਤ ਕੀਤੀ ਜਾਏਗੀ ਕਿਸਾਨ ਆਪਣਾ ਪੱਖ ਰੱਖਣਗੇ, ਕੇਂਦਰ ਦੀ ਸਰਕਾਰ ਜਿਹੜੀ ਹੈਗੀ ਉਹ ਆਪਣਾ ਪੱਖ ਰੱਖੇਗੀ। ਡਾਕਟਰ ਗਿਆਨ ਸਿੰਘ ਜੀ, ਤੁਹਾਨੂੰ ਲੱਗਦਾ ਹੈ ਕਿ ਜਿਹੜਾ ਨਵੇਂ ਖੇਤੀ ਕਾਨੂੰਨ ਬਣੇ ਹੈ ਉਹਨਾਂ ਦੇ ਉੱਤੇ ਕੋਈ ਕਿਸਾਨ ਹਤੈਸ਼ੀ ਗੱਲ ਨਜ਼ਰ ਆਉਂਦੀ ਹੈ ਕਿ ਬਹਿਸ ਦੀ ਇਸ ਪੱਖ ਤੋਂ ਜ਼ਰੂਰਤ ਹੈ ਕਿ ਵੀ ਇਹ ਕਿਸਾਨ ਹਤੈਸ਼ੀ ਵੀ ਹੋ ਸਕਦੇ ਆ, ਸਮਝਾਉਣ ਦੀ ਲੋੜ ਹੈ ਇਸ ਮੁੱਦੇ ਤੇ? ਜਿਸ ਤਰ੍ਹਾਂ ਹਰਜੀਤ ਗਰੇਵਾਲ ਉਹਨੀ ਕਹਿ ਰਹੇ ਸੀ ਕਿ ਉਹਨਾਂ ਕਿਸਾਨਾਂ ਨੂੰ ਸਮਝਾਉਣ ਲਈ ਕਰਨਗੇ ਗੱਲਬਾਤ, ਇਹ ਮੈਨੂੰ ਤਾਂ ਲੱਗਦਾ ਕਿ ਕਿਸਾਨ ਤਾਂ ਵੱਡੇ ਪੱਧਰ ਤੇ ਇੱਕ ਮਿਨੀਮਮ ਲੈਵਲ ਤੋਂ ਉੱਪਰ ਦਾ ਸਮਝ ਕੇ ਹੀ ਜਿਹੜਾ ਹੈਗਾ ਧਰਨਿਆਂ 'ਚ ਬੈਠੇ ਨੇ, ਉਹਦਾ ਗੱਲ ਜਿਹੜਾ ਵਿਰੋਧ ਦਿਖਾ ਰਹੇ ਨੇ, ਸੰਘਰਸ਼ ਕਰ ਰਹੇ ਨੇ। ਤੇ ਬਾਕੀ ਗੱਲ ਹੈਗੀ ਕਿ ਕੀ ਹੁਣ ਸਰਕਾਰ ਇਹ ਜਿਹੜੇ ਤਿੰਨੇ ਕਾਨੂੰਨ ਬਣਾਏ ਗਏ ਨੇ ਉਹ 'ਚ ਕੋਈ ਕਿਸਾਨ ਪੱਖੀ ਹੈਗਾ? ਮੈਂ ਬਹੁਤ ਜਿਹੜੇ ਵੀ ਇਕਨੋਮਿਕ ਇਸ਼ੂ ਆਉਂਦੇ ਨੇ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਪੜ੍ਹਦਾ ਹੈ, ਸਮਝਦਾ ਹੈ, ਤੇ ਜਿਹੜੀ ਉਹਦੀ ਪੋਜ਼ੀਟਿਵ ਗੱਲ ਹੁੰਦੀ ਹੈ ਮੈਂ ਉਹਨੂੰ ਸਾਹਮਣੇ ਲਿਆਉਣਾ ਹੈ। ਮੈਂ ਬਹੁਤ ਹੀ ਸੰਖੇਪ ਦੇ ਵਿੱਚ ਤਿੰਨੇ ਬਿੱਲਾਂ ਦੀ ਗੱਲ ਕਰਦਾ, ਕਿਉਂਕਿ ਹਰਜੀਤ ਗਰੇਵਾਲ ਉਹਨੀ ਉਹ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਨੇ ਜਿਹੜੇ ਸੁਣ ਲੈਂਦੇ ਆ ਤੇ ਬੜੇ ਠੰਡੇ ਸੁਭਾਅ ਨਾਲ ਉਹਦਾ ਜਵਾਬ ਦਿੰਦੇ ਨੇ। ਪਹਿਲਾ ਖੁੱਲੀ ਮੰਡੀ ਵਾਲਾ, ਖੁੱਲੀ ਮੰਡੀ ਨਾਲ APMC ਮੰਡੀ ਨਹੀਂ ਖਤਮ ਹੁੰਦੀ। APMC ਮੰਡੀ ਖਤਮ ਹੋਣ ਦੇ ਨਾਲ ਨਾਲ ਉੱਥੇ ਜਿਹੜੀ ਇਨਕਮ ਐਗਰੀਕਲਚਰ ਮਾਰਕੀਟਿੰਗ ਬੋਰਡ ਦੀ, ਰੂਰਲ ਏਰੀਆ ਡਿਵੈਲਪਮੈਂਟ ਫੰਡ, ਪੱਲੇਦਾਰਾਂ ਦੀ ਆਮਦਨ, ਟਰਾਂਸਪੋਰਟ ਦੀ ਆਮਦਨ ਉਹ ਖਤਮ ਹੁੰਦੀ ਹੈ। ਇਹਦੇ ਨਾਲ ਇੰਪਲੀਕੇਸ਼ਨ ਹੈ, ਨਿਤਿਨ ਗਡਕਰੀ ਉਹਨਾਂ ਦਾ ਬਿਆਨ ਹੈ, ਸ਼ਾਂਤਾ ਕੁਮਾਰ ਕਮੇਟੀ ਦੇ ਪਹਿਲਾਂ ਸਵੈਚਰ ਨੇ, MSP ਖਤਮ ਹੋਊ। MSP ਖਤਮ ਜੇ ਨਹੀਂ ਵੀ ਹੋਊਗੀ ਤਾਂ ਮੱਕੀ ਵਾਲੀ ਹਾਲਤ ਹੋਊਗੀ। ਅਤੇ ਉਸ ਤੋਂ ਬਿਨਾਂ ਜਿਹੜਾ ਹੈਗਾ ਇਹ ਪ੍ਰੋਕਿਉਰਮੈਂਟ, ਇਹ ਕਮਿਸ਼ਨ ਫਾਰ ਐਗਰੀਕਲਚਰ ਐਂਡ ਕਾਸਟ ਐਂਡ ਪ੍ਰਾਈਸਿਸ ਦੀਆਂ ਰਿਕਮੈਂਡੇਸ਼ਨਸ ਗਰੇਵਾਲ ਕੋਲ ਹੋਣਗੀਆਂ, ਦੇਖ ਲੈਣ ਉਹਦਾ ਟਾਈਮ ਐਂਡ ਅਗੇਨ PDS ਸਿਸਟਮ ਤੱਕ ਕਹਿੰਦਾ। ਉਦੋਂ ਬਾਅਦ ਜਿਹੜਾ ਕਾਰਪੋਰੇਟ ਇਕਨੋਮਿਕ ਮਾਡਲ ਹੈ ਉਹ ਡਾਇਰੈਕਟ ਬੈਂਕ ਟ੍ਰਾਂਸਫਰ ਦੀ ਗੱਲ ਕਰਦਾ, ਫਿਰ ਕੂਪਨ ਫੜਾ ਦੇਣਗੇ ਤੇ ਇਸ ਲਈ ਇਹ ਔਖਾ ਹੋਊਗਾ। ਜਿਹੜੇ ਕਹਿੰਦੇ ਕਿਸਾਨ ਆਪਦੀ ਫਸਲ ਮੱਧ ਪ੍ਰਦੇਸ਼ ਤੋਂ ਇੱਥੇ ਵੇਚਣ ਆਉਂਦੇ ਨੇ ਜਾਂ ਇੱਥੋਂ ਮੱਧ ਪ੍ਰਦੇਸ਼ ਜਾ ਸਕਦੇ ਨੇ, 86% ਉਹਨੇ 2-4 ਕਿਲੋਮੀਟਰ ਦੀ ਮੰਡੀ ਦੇ ਵਿੱਚ ਲਿਜਾਣ ਲਈ ਵੀ ਕਿਰਾਏ ਦੀ ਟਰਾਲੀ ਦੀ ਉਡੀਕ ਕਰਦੇ ਰਹਿੰਦੇ ਆ। ਇਸ ਲਈ 86% ਕਿਸਾਨਾਂ ਕੋਲ ਹੈਗਾ। ਤੇ ਦੂਜਾ ਕਾਨੂੰਨ ਜਿਹੜਾ ਹੈਗਾ ਇਕਰਾਰ ਦੇ ਸਾਹਮਣੇ ਸਾਰੀ ਦੁਨੀਆ ਦਾ ਤਜਰਬਾ ਹੈ, ਪੰਜਾਬ ਦਾ ਤਜਰਬਾ ਹੈ, ਉਹ ਕਿਸਾਨ ਦਕਾਰੇ ਜਾਂਦੇ ਨੇ, ਉਜਾੜੇ ਜਾਂਦੇ ਆ। ਤੇ ਜਿਹੜਾ ਇਹਦੇ ਵਿੱਚ ਹੁਣ ਪ੍ਰੋਵੀਜ਼ਨ ਹੈ ਉਹ ਜਿਹੜਾ ਹੈਗਾ SDM ਲੈਵਲ ਦਾ ਇਹ ਰੀਕਨਸੀਲੇਸ਼ਨ ਨਹੀਂ, DC ਲੈਵਲ ਤੇ ਖਤਮ, ਕੋਰਟ ਜਾਣ ਦਾ ਹੱਕ ਖਤਮ। ਤੇ ਉਹ ਤਾਂ ਸ਼ੇਰ ਤੇ ਬੱਕਰੀ ਵਾਲਾ ਮੁਕਾਬਲਾ, ਉਹ ਜੋ ਕੀ ਲੈਣਗੇ। ਕਾਨੂੰਨ ਹੈ ਕਿਸਾਨਾਂ ਤੇ ਖਪਤਕਾਰਾਂ ਦਾ ਫਾਇਦਾ ਹੋਊਗਾ। ਕਿਸਾਨ ਤਾਂ ਪਹਿਲਾਂ ਹੀ 2 ਕਾਨੂੰਨ ਨੇ ਜਿਹੜੇ ਉਹ ਕਿਸਾਨਾਂ ਨੂੰ ਖਤਮ ਕਰਨਗੇ, ਇਹ ਥੱਲੇ ਲਿਆਉਣਗੇ। ਖਪਤਕਾਰਾਂ ਦਾ ਫਾਇਦਾ ਕਿੱਥੋਂ ਹੋਊਗਾ ਕਿ ਸਟਾਕ ਦੀ ਲਿਮਟ ਖਤਮ ਕਰਤੀ, ਜਿਹੜੀਆਂ ਐਸੈਂਸ਼ੀਅਲ ਕਮੋਡਿਟੀਜ਼ ਨੇ। ਇਹ ਉਹਦਾ ਇੰਪੈਕਟ ਹਾਲੇ ਕਾਨੂੰਨ ਚੰਗੀ ਤਰ੍ਹਾਂ ਲਾਗੂ ਵੀ ਨਹੀਂ ਹੋਏ, ਉਹਦਾ ਇੰਪੈਕਟ ਆਲੂਆਂ ਤੇ ਪਿਆਜ਼ ਦੇ ਵਿੱਚ ਦੇਖਣਾ ਸ਼ੁਰੂ ਹੋਊਗਾ, ਬਾਕੀ ਜਿਨਸਾਂ 'ਚ ਵੀ ਹੋਊਗਾ। ਇਸ ਲਈ ਤਿੰਨੇ ਕਾਨੂੰਨਾਂ ਦੇ ਵਿੱਚ ਮੈਨੂੰ ਕੋਈ ਚੰਗੀ ਮੱਦ ਲੱਗਦੀ, ਮੈਂ ਵੱਧ ਚੜ ਕੇ ਉਹਨੂੰ ਲਿਖਦਾ, ਉਹਦੇ ਬਾਰੇ ਗੱਲ ਕਰਦਾ, ਪਬਲਿਕ ਪਲੇਟਫਾਰਮ ਤੇ ਆ ਕੇ ਵੀ ਗੱਲ ਕਰਦਾ। ਤਿੰਨਾਂ ਦੇ ਵਿੱਚ ਮੈਨੂੰ ਕੋਈ ਨਹੀਂ ਗੱਲ ਲੱਗਦੀ। ਗੱਲ ਘਰ ਚੱਲ ਰਿਹਾ, ਇਹ ਗੱਲਾਂ ਦੀ ਰੌਲਾ ਨਹੀਂ ਹੈਗਾ ਇਹਨਾਂ ਦਾ। ਇਹ ਤਾਂ ਲੋਕ ਸੰਘਰਸ਼ ਤੇ ਲੋਕ ਮੁੱਦਿਆਂ ਦਾ ਆਰਥਿਕ ਵਿਕਾਸ ਮਾਡਲ ਦਾ ਸੰਘੀ ਢਾਂਚੇ ਦਾ ਹੈਗਾ। ਇਹ ਉਹਦੇ ਤੇ ਸਰਕਾਰਾਂ ਨੂੰ ਗੱਲ ਕਰਨੀ ਪਊ, ਪੋਲੀਟੀਕਲ ਪਾਰਟੀਆਂ ਨੂੰ ਗੱਲ ਕਰਨੀ ਪਊ। 1991 ਤੋਂ ਬਾਅਦ ਸਾਰੀਆਂ ਪੋਲੀਟੀਕਲ ਪਾਰਟੀਆਂ ਇੱਥੋਂ ਤੱਕ ਕਿ ਕੁਛ ਸਟੇਜ ਤੇ ਖੱਬੇ ਪੱਖੀ ਪਾਰਟੀਆਂ ਵੀ ਇਹ ਯੂ ਟਰਨ ਲੈ ਕੇ
ਇਹ ਨੈਨੋ ਵਾਲਾ ਸਾਡੇ ਕੋਲ ਐਗਜ਼ਾਮਪਲ ਹੈਗੀ, ਉਹ ਵੀ ਜਿਹੜਾ ਲੋਕ ਵਿਰੋਧੀ ਕੰਮ ਕੀਤੇ। ਇਸ ਲਈ ਜਿਹੜਾ 1% ਤੇ 99% ਦਾ ਗੈਪ ਵੱਧਦਾ, 1% ਲੋਕਾਂ ਕੋ ਗਰੇਵਾਲ ਸਾਹਿਬ 73% ਵੈਲਥ ਇੱਕ ਸਾਲ 'ਚ ਜਾ ਰਹੀ ਹੈ। ਇਹਦੇ ਨਾਲ ਜਿਹੜਾ ਆਰਥਿਕ ਪਾੜਾ ਵੱਧਦਾ, ਇਹਦੇ ਸਮਾਜਿਕ ਸੱਭਿਆਚਾਰਕ ਰਾਜਸੀ ਤੇ ਬੌਧਿਕ ਪ੍ਰਦੂਸ਼ਣ ਇੰਨਾ ਫੈਲ ਜੂਗਾ, ਉਹਦੇ ਨਾਲ ਕਹਿ ਤੇ ਸਹਿਜ ਸਮੱਸਿਆਵਾਂ ਹੋਣਗੀਆਂ। ਆਪਾਂ ਸਾਰਿਆਂ ਨੂੰ ਆਪਣੇ ਦੇਸ਼ ਨੂੰ ਬਚਾਉਣ ਲਈ, ਇੱਥੋਂ ਦੇ ਕਿਰਤੀ ਵਰਗ ਨੂੰ ਬਚਾਉਣ ਲਈ, ਇੱਥੋਂ ਦੇ ਖਪਤਕਾਰ ਵਰਗ ਨੂੰ ਬਚਾਉਣ ਲਈ ਇਹੋ ਜਿਹੇ ਕਾਨੂੰਨ ਬਣਾਉਣੇ ਚਾਹੀਦੇ ਹੈ ਜਿਹਦੇ ਨਾਲ ਸਾਡਾ ਆਰਥਿਕ ਪਾੜਾ ਘਟੇ। ਮੈਂ ਸਿਰਫ ਇੱਕ ਲਾਈਨ 'ਚ ਇੱਥੇ ਗੱਲ ਕਰੂੰਗਾ, 1951 ਤੋਂ 80 ਤੱਕ ਯੋਜਨਾਬੰਦੀ ਦਾ ਪੀਰੀਅਡ ਮੰਨਿਆ ਜਾਂਦਾ ਹੈ। 1951 ਤੋਂ ਲੈ ਕੇ 1980 ਤੱਕ ਸਾਡੇ ਦੇਸ਼ 'ਚ ਆਰਥਿਕ ਪਾੜਾ ਘਟਿਆ। 1991 ਤੋਂ ਨਵੀਆਂ ਆਰਥਿਕ ਨੀਤੀਆਂ ਜਾਂ LPG ਮਾਡਲ ਹੈ, ਸਾਡਾ ਆਰਥਿਕ ਪਾੜਾ ਤੇਜ਼ੀ ਨਾਲ ਵੱਧ ਰਿਹਾ ਹੈ ਤੇ 1% ਅਮੀਰ ਹੋਈ ਜਾਂਦਾ, ਅੱਧ ਦਾ ਅਮੀਰ ਹੋਈ ਜਾਂਦਾ ਹੈ ਤੇ ਦੇਸ਼ ਬਾਕੀ ਲੁੱਟਿਆ ਜਾ ਰਿਹਾ ਹੈ। ਇਹਦੇ ਬਾਰੇ ਮੇਰੇ ਖਿਆਲ ਸਾਨੂੰ ਸਾਰਿਆਂ ਨੂੰ ਉਧਰ ਨੂੰ ਸਰਕਾਰਾਂ ਨੂੰ ਵੀ ਆਉਣ ਦੀ ਲੋੜ ਹੈਗੀ। ਹਾਂਜੀ ਜੀ ਡਾਕਟਰ ਗਿਆਨ ਸਿੰਘ ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ। ਗਰੇਵਾਲ ਜੀ, ਤੁਸੀਂ ਡਾਕਟਰ ਗਿਆਨ ਸਿੰਘ ਦੇ ਕਮੈਂਟਸ ਵੀ ਸੁਣੇ ਹੈ, ਤੁਸੀਂ ਜਗਤਾਰ ਸੰਘੇੜਾ ਦੇ ਕਮੈਂਟਸ ਵੀ ਸੁਣੇ ਹੈ। ਇੱਕ ਗੱਲ ਜਿਹੜੀ ਹੈਗੀ ਹੈ, ਦੋਨਾਂ ਜਿਹੜੇ ਹੈਗੇ ਸਾਡੇ ਮਹਿਮਾਨਾਂ ਉਹਨਾਂ ਚ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਕੇਂਦਰ ਦੀ ਜਿਹੜੀ ਮੋਦੀ ਸਰਕਾਰ ਹੈ ਕਿ ਲੱਗਦਾ ਨਹੀਂ ਉਹ ਜਿਹੜੇ ਬੁਨਿਆਦੀ ਮੁੱਦੇ ਹੈ ਉਹਨਾਂ ਤੇ ਕੋਈ ਗੱਲਬਾਤ ਕਰਨ ਲਈ ਤਿਆਰ ਹੈ, ਕਿਉਂਕਿ ਕਿਹਾ ਇਹ ਜਾ ਰਿਹਾ ਹੈ ਕਿ ਵਿਰੋਧੀ ਤਰ੍ਹਾਂ ਗੁੰਮਰਾਹ ਕਰ ਰਹੀਆਂ। ਗਰੇਵਾਲ ਜੀ, ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਦੇਖੋ ਤੁਸੀਂ ਵੀ ਪੰਜਾਬ ਦੇ ਵਿੱਚ ਰਹੇ ਹੋ, ਪੰਜਾਬ ਦੇ ਜਿਹੜੇ ਸਾਰੇ ਵਰਗ ਜਿਹੜੇ ਹੈਗੇ ਆ ਉਹ ਇਸ ਵੇਲੇ ਸੜਕਾਂ ਤੇ ਹੈ, ਰੇਲਵੇ ਟਰੈਕ ਤੇ ਹੈ, ਧਰਨੇ। ਇੱਥੋਂ ਤੱਕ ਜੀ ਮੈਂ ਆਪਣੇ ਪ੍ਰੋਫੈਸ਼ਨਲ ਕੈਰੀਅਰ 'ਚ ਜਾਂ ਤਾਂ ਮੰਡਲ ਕਮਿਸ਼ਨ ਵੇਲੇ ਦੇਖਿਆ ਸੀ ਕਿ ਛੋਟੇ ਛੋਟੇ 8-8 10 ਸਾਲ ਦੇ ਬੱਚੇ ਵੀ ਜਿਹੜੇ ਹੈਗੇ ਆ ਧਰਨਿਆਂ 'ਚ ਆ ਕੇ ਥਾਲੀਆਂ ਵਜਾ ਰਹੇ ਸੀ, ਨਾਅਰੇ ਲਗਾ ਰਹੇ ਸੀ। ਜਾਂ ਇੰਨੇ ਗੈਪ ਬਾਅਦ ਹੁਣ ਜਿਹੜੇ ਹੈਗੇ ਕਿਸਾਨਾਂ ਦੇ ਜਿਹੜੇ ਮਜ਼ਦੂਰਾਂ ਦੇ ਬੱਚੇ ਆ ਉਹ ਸੜਕਾਂ ਦੇ ਰੇਲਵੇ ਟਰੈਕ ਤੇ ਆ ਕੇ ਮੋਦੀ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਹੈ ਤੇ ਕੇਂਦਰ ਦੀ ਸਰਕਾਰ ਕਹਿ ਰਹੀ ਹੈ ਕਿ ਜਿਹੜਾ ਕਿ ਵਿਰੋਧੀ ਤਰ੍ਹਾਂ ਗੁੰਮਰਾਹ ਕਰ ਰਹੀਆਂ। ਗਰੇਵਾਲ ਜੀ, ਕਿ ਵਿਰੋਧੀ ਤਰ੍ਹਾਂ ਇਹ ਗੁੰਮਰਾਹ ਕਰ ਰਹੀਆਂ ਜਾਂ ਜਿਹੜੀਆਂ ਉਹਨਾਂ ਦੀਆਂ ਭਾਵਨਾਵਾਂ ਹੈਗੀਆਂ ਪੰਜਾਬੀਆਂ ਦੀਆਂ, ਸਮੁੱਚੇ ਕਿਸਾਨਾਂ ਦੀਆਂ, ਅਸੀਂ ਉਹਨਾਂ ਦੇ ਨਾਲ ਖਿਲਵਾੜ ਕਰ ਰਹੇ ਹਾਂ? ਦੇਖੋ ਜਗਤਾਰ ਜੀ, ਇਹਦੇ ਚ ਕਿਸਾਨਾਂ ਤੇ ਤਾਂ ਕੋਈ ਪ੍ਰਸ਼ਨ ਚਿੰਨ੍ਹ ਹੈ ਨਹੀਂਗਾ। ਪ੍ਰਸ਼ਨ ਚਿੰਨ੍ਹ ਵਿਰੋਧੀ ਪਾਰਟੀਆਂ ਤੇ ਜ਼ਰੂਰ ਹੈਗਾ, ਕਿਉਂਕਿ ਉਹਨਾਂ ਦਾ ਕੋਈ ਕਿਸਾਨ ਹਿੱਤੂ ਕੰਮ ਨਹੀਂ ਹੈ। ਕਿਸਾਨਾਂ ਦਾ ਇਹ ਆ ਕਿ ਉਹਨਾਂ ਨੇ ਅੰਦੋਲਨ ਕੀਤਾ, ਅੰਦੋਲਨ ਲੋਕਤੰਤਰਿਕ ਤਰੀਕੇ ਨਾਲ ਕਰ ਰਹੇ ਆ, ਉਹਨਾਂ ਦਾ ਹੱਕ ਆ, ਸਹੀ ਤਰੀਕੇ ਨਾਲ ਕਰ ਰਹੇ ਆ, ਉਹਨਾਂ ਦਾ ਹੱਕ ਆ। ਪਰ ਆਪਸ ਚ ਗੱਲ ਜੇ ਸਮਝ ਨਾਲ ਇੱਕ ਦੂਜੇ ਨਾਲ, ਜੋ ਡਾਕਟਰ ਗਿਆਨ ਸਿੰਘ ਜੀ ਨੇ ਕਿਹਾ, ਮੈਂ ਉਹਨਾਂ ਦੀ ਇੱਕ ਗੱਲ ਨਾਲ ਤਾਂ ਸਹਿਮਤ ਆ ਕਿ ਆਰਥਿਕ ਪਾੜਾ ਵੱਧ ਰਿਹਾ, ਉਹ ਜ਼ਰੂਰ ਉਹਦੇ ਤੇ ਕਿਸੇ ਤਰ੍ਹਾਂ ਨਾਲ ਵੀ ਠੀਕ ਹੋਣਾ ਚਾਹੀਦਾ। ਔਰ ਪਰ ਕਿਸਾਨ ਜਿਹੜਾ ਹੈਗਾ ਉਹਨੂੰ ਗੱਲ ਨੂੰ ਸਮਝਣਾ ਪਏਗਾ ਕਿ ਉਹਦੇ ਹਿੱਤ ਚ ਕੀ ਆ ਤੇ ਉਹਦੇ ਖਿਲਾਫ ਕੀ ਆ। ਜੇ ਉਹ ਉੱਥੇ ਬੈਠ ਕੇ ਉਹ ਗੱਲ ਆਪਣੀ ਸਮਝਾਉਣ ਚ ਕਾਮਯਾਬ ਹੋ ਜਾਂਦੇ ਆ ਤੇ ਮੈਂ ਸਮਝਦਾ ਕਿ ਜ਼ਰੂਰ ਉਹਨਾਂ ਦੇ ਹਿੱਤ ਚ ਫੈਸਲੇ ਹੋਣੇ ਆ ਔਰ ਸਰਕਾਰ ਕਰਨਾ ਚਾਹੁੰਦੀ ਆ। ਪਰ ਕਈ ਚੀਜ਼ਾਂ ਐਸੀਆਂ ਵੀ ਨੇ ਜਿਹੜੀਆਂ ਵਿੱਚ ਕਹਿ ਰਹੇ ਨੇ, ਜਿਹੜੀਆਂ ਕਿ ਉਹਨਾਂ ਨੂੰ ਮਤਲਬ ਉਹ ਉਹਦੇ ਚ ਹੈ ਨਹੀਂ, ਪਰ ਉਹਨਾਂ ਨੂੰ ਲੱਗਦਾ ਕਿ ਹੈ, ਉਹਨਾਂ ਨੂੰ ਸਮਝਾਉਣ ਚ ਲੋਕ ਕਾਮਯਾਬ ਹੋ ਗਏ। ਪਰ ਮੈਂ ਸਮਝਦਾ ਕਿ ਜਦੋਂ ਆਪਸ ਚ ਬੈਠ ਕਰਨਗੇ ਉਹਨਾਂ ਦੀ ਅੱਧੀ ਸਮੱਸਿਆ ਤਾਂ ਵੈਸੇ ਹੀ ਹੱਲ ਹੋ ਜਾਣੀ ਹੈ। ਇਹ ਪਰਿਵਾਰਾਂ 'ਚ ਵੀ ਝਗੜੇ ਹੁੰਦੇ ਆ ਜਗਤਾਰ ਜੀ, ਘਰੇ ਜਦੋਂ ਗੱਲਬਾਤ ਹੁੰਦੀ ਹੈ ਨਾ, ਅੱਧੀ ਗੱਲ ਤਾਂ ਵੈਸੇ ਹੀ ਖਤਮ ਹੋ ਜਾਂਦੀ ਜਦੋਂ ਇਕੱਠੇ ਬੈਠ ਜਾਂਦੇ ਆ ਤੇ ਉਸ ਤੋਂ ਬਾਅਦ ਅੱਧੀ ਗੱਲ 'ਚ ਸੁਧਾਰ ਕਰ ਲੈਂਦੇ ਆ ਲੋਕ। ਤੇ ਇਹ ਸੁਧਾਰ ਸਰਕਾਰ ਦਾ ਤੇ ਕਿਸਾਨ ਦਾ ਵੀ ਉਦਾਂ ਹੀ ਹੈ, ਇੱਕ ਪਰਿਵਾਰ ਹੀ ਹੈ। ਤੇ ਜੇ ਕਿਸਾਨ ਨਹੀਂ ਚੱਲੇਗਾ ਜਾਂ ਸਰਕਾਰ ਉਹਨਾਂ ਦੇ ਨਾਲ ਸਹਿਮਤ ਨਹੀਂ ਰਹੇਗੀ ਔਰ ਉਹਨਾਂ ਦੇ ਲਈ ਸੁਹਿਰਦ ਨਹੀਂ ਹੋਏਗੀ ਤਾਂ ਦੇਸ਼ ਦਾ ਕੰਮ ਨਹੀਂ ਚੱਲਣਾ, ਦੇਸ਼ ਦਾ ਨੁਕਸਾਨ ਹੋਣਾ। ਇਸ ਲਈ ਸਰਕਾਰ ਇਹ ਸਾਰੀਆਂ ਗੱਲਾਂ ਔਰ ਇਹ ਫੈਸਲਾ ਜਿਹੜਾ ਹੈਗਾ ਮੈਨੂੰ ਲੱਗਦਾ 90% ਲੱਗਦਾ ਕਿ ਹੋ ਜਾਣਾ ਹੁਣ। ਓਕੇ ਗਰੇਵਾਲ ਸਾਹਿਬ, ਜਿੱਦਾਂ ਡਾਕਟਰ ਗਿਆਨ ਸਿੰਘ ਉਹਨਾਂ ਨੇ ਤੁਹਾਡੇ ਬਾਰੇ ਵੀ ਕਿਹਾ ਕਿ ਤੁਸੀਂ ਜਿਹੜਾ ਹੈਗਾ ਬੜੇ ਸ਼ਾਂਤ ਚਿੱਤ ਨਾਲ ਵਿਰੋਧੀ ਤਰ੍ਹਾਂ ਦੀਆਂ ਗੱਲਾਂ ਵੀ ਸੁਣਦੇ ਹੋ ਔਰ ਸੰਜੀਦਗੀ ਨਾਲ ਉਹਨਾਂ ਗੱਲਾਂ ਤੇ ਕੋਸ਼ਿਸ਼ ਵੀ ਕਰਦੇ ਹੋ ਜਵਾਬਦੇਹੀ ਕਰਨ ਦੀ। ਗਰੇਵਾਲ ਜੀ, ਸੰਖੇਪ ਦੇ ਵਿੱਚ ਮੈਂ ਜਵਾਬ ਚਾਹਾਂਗਾ, ਠੀਕ ਹੈ, ਕਿ ਵਿਰੋਧੀ ਧਿਰਾਂ ਗੁੰਮਰਾਹ ਕਰ ਰਹੀਆਂ। ਜਿੱਦਾਂ ਮੈਂ ਕਿਹਾ, ਤੁਸੀਂ ਵੀ ਪੰਜਾਬ 'ਚ ਵਿਚਰਦੇ ਹੋ, ਤੁਸੀਂ ਮੇਰਾ ਖਿਆਲ ਜ਼ਰੂਰ ਇਸ ਮੁੱਦੇ ਤੇ ਇਮਾਨਦਾਰੀ ਨਾਲ ਕਮੈਂਟਸ ਦਿਓਗੇ ਕਿ ਲੱਗਦਾ ਨਹੀਂ ਕਿ ਮੰਡਲ ਕਮਿਸ਼ਨ ਤੋਂ ਬਾਅਦ ਗਰੇਵਾਲ ਜੀ ਤੁਸੀਂ ਵੀ ਪਹਿਲੀ ਵਾਰੀ ਸੜਕਾਂ ਤੇ ਦੇਖੇ ਹੋਣੇ ਆ ਕਿ ਛੋਟੇ ਛੋਟੇ ਬੱਚੇ ਵੀ ਮੋਦੀ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਹੈ। ਇਹ ਇਕੱਲਾ ਗੁੰਮਰਾਹ ਕਰਨ ਦੀ ਗੱਲ ਨਹੀਂ, ਕਿਤੇ ਬਹੁਤ ਵੱਡੇ ਖਦਸ਼ੇ ਹੈ ਜਿਹੜੇ ਪੰਜਾਬੀਆਂ ਜਾਂ ਕਿਸਾਨਾਂ ਦੇ ਮਨਾਂ 'ਚ ਪੈਦਾ ਹੋ ਗਏ ਹੈ। ਜੇ ਦੂਰ ਨਾ ਕੀਤੇ ਗਏ, ਪੰਜਾਬ ਦਾ ਨੁਕਸਾਨ ਤਾਂ ਹਾਈ ਹੈ, ਦੇਸ਼ ਦਾ ਵੀ ਨੁਕਸਾਨ ਹੈ, ਕਿਸਾਨ ਦਾ ਵੀ ਨੁਕਸਾਨ ਹੈ। ਦੇਖੋ ਜਗਤਾਰ ਜੀ, ਮੰਡਲ ਕਮਿਸ਼ਨ ਜਿਹੜਾ ਸੀ ਨਾ,
ਉਹ ਕੋਈ ਰੋਜੀ ਰੋਟੀ ਦਾ ਮਸਲਾ ਨਹੀਂ ਸੀ, ਉਹ ਤਾਂ ਰਿਆਇਤਾਂ ਲੈਣ ਦਾ, ਆਪਣੇ ਲਈ ਵਿਸ਼ੇਸ਼ ਸਹੂਲਤਾਂ ਜਿਹੜੀਆਂ ਦੂਜਿਆਂ ਨੂੰ ਮਿਲਦੀਆਂ ਨੇ ਉਹਦੇ ਚੋਂ ਹਿੱਸਾ ਲੈਣ ਦਾ ਮਸਲਾ ਸੀ। ਚਲੋ ਇਹ ਜਿਹੜਾ ਆਪਣਾ ਹੈਗਾ ਮੁੱਦਾ ਨਹੀਂ, ਮੈਂ ਤਾਂ ਕਿਸਾਨ, ਇਹ ਮੈਂ ਦੱਸਦਾ, ਇਹ ਕਿਸਾਨਾਂ ਦੀ ਔਰ ਪੰਜਾਬੀਆਂ ਦੀ ਜ਼ਿੰਦਗੀ ਮੌਤ ਦਾ ਸਵਾਲ ਆ। ਕਿਉਂਕਿ ਜੇ ਖੇਤੀ ਦੇ ਲਈ ਠੀਕ ਕੋਈ ਕਾਨੂੰਨ ਨਾ ਬਣੇ ਤੇ ਸੁਹਿਰਦਤਾ ਨਾ ਹੋਈ ਤਾਂ ਉਹਦੇ ਚ ਨੁਕਸਾਨ ਜ਼ਰੂਰ ਹੋਏਗਾ। ਜਿਸ ਤਰ੍ਹਾਂ ਮੈਂ ਫੇਰ ਕਹਿਣਾ ਕਿ ਸਰਕਾਰ ਨੇ ਕੋਈ ਗਲਤ ਮਨਸ਼ਾ ਰੱਖ ਕੇ ਕਾਨੂੰਨ ਨਹੀਂ ਬਣਾਏ, ਪਰ ਜੇ ਉਹਨਾਂ ਕਾਨੂੰਨਾਂ 'ਚ ਕੋਈ ਗਲਤੀ ਹੈ ਕਿਸਾਨ ਸਮਝਾ ਲੈਣਗੇ ਤੇ ਉਹ ਜ਼ਰੂਰ ਹੱਲ ਹੋਣਾ ਚਾਹੀਦਾ। ਔਰ ਚਲੋ, ਕਿਸਾਨ ਓਕੇ। ਤੇ ਖੇਤੀ ਦੇ ਹੋਣੇ ਚਾਹੀਦੇ ਆ। ਮੈਂ ਇਹਦੇ ਹੱਕ 'ਚ ਹਾਂ, ਓਕੇ। ਮੇਰੀ ਪਾਰਟੀ ਵੀ ਥੈਂਕ ਯੂ ਮੇਰੀ ਮਾਂ, ਤੁਸੀਂ ਉਹਦੇ ਹੱਕ 'ਚ ਚੰਗੀ ਗੱਲ ਹੈ। ਜਗਤਾਰ ਜੀ ਜਿਹੜਾ ਗਾ ਆਖਰੀ ਸਵਾਲ, ਸਮਾਂ ਵੀ ਆਪਣੇ ਕੋਲ ਇੰਨਾ ਕਿ ਬਚਿਆ ਹੈ। ਕੈਪਟਨ ਅਮਰਿੰਦਰ ਦੀ ਸਰਕਾਰ ਬਾਰੇ ਤੁਸੀਂ ਪਹਿਲਾਂ ਵੀ ਕਮੈਂਟਸ ਕੀਤੇ ਹੈ। ਗਰੇਵਾਲ ਜੀ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਸੁਹਿਰਦਾ ਮਸਲੇ ਦਾ ਹੱਲ ਕਰਨ ਲਈ ਉਹਨਾਂ ਨੂੰ ਉਮੀਦ ਹੈ ਕਿ ਹੱਲ ਹੋਏਗਾ, ਪਰ ਜਿਸ ਤਰੀਕੇ ਨਾਲ ਪੰਜਾਬ 'ਚ ਵੱਡੀ ਪੱਧਰ ਤੇ ਭੰਬਲ ਭੂਸਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਇਲਾ ਖਤਮ ਹੋ ਗਿਆ, ਬਿਜਲੀ 2 ਘੰਟੇ ਮਿਲੇਗੀ, ਕਿਸਾਨਾਂ ਦੀਆਂ ਫਸਲਾਂ ਖੇਤਾਂ 'ਚ ਸੜ ਜਾਣਗੀਆਂ, ਇਹਦੇ ਲਈ ਜਾਣੀ ਬਜਾਏ ਇਸ ਦੇ ਕਿ ਕਿਹਾ ਇਹ ਜਾਵੇ ਕਿ ਮੋਦੀ ਸਰਕਾਰ ਨੂੰ ਮਸਲੇ ਹੱਲ ਕਰਨੇ ਚਾਹੀਦੇ ਹੈ, ਇਹ ਗੱਲ ਉਭਾਰ ਕੇ ਪੇਸ਼ ਕੀਤੀ ਜਾ ਰਹੀ ਹੈ ਕਿ ਇਸ ਵੇਲੇ ਕਿਸਾਨ ਜਥੇਬੰਦੀਆਂ ਨੂੰ ਨਰਮ ਵਤੀਰਾ ਅਪਣਾ ਕੇ ਪਿੱਛੇ ਹਟਣਾ ਚਾਹੀਦਾ ਹੈ। ਮੋਦੀ ਸਰਕਾਰ ਹੱਲ ਕਰਕੇ ਮਸਲੇ ਦਾ ਹੱਲ ਹੀ ਕਿਉਂ ਨਾ ਕਰੇ। ਇਹ ਦੋਗਲੀ ਨੀਤੀ ਕਿਤੇ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਵੱਲੋਂ ਵੀ ਨਜ਼ਰ ਆਈ ਹੈ ਪਿਛਲੇ ਕੁਝ ਦਿਨਾਂ 'ਚ। ਸਿੱਧੂ ਸਾਹਿਬ, ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਜਦੋਂ 5 ਜੂਨ 2020 ਨੂੰ ਆਰਡੀਨੈਂਸ ਜਾਰੀ ਹੋਇਆ ਨਾ, ਜਿਹੜਾ ਇਮੀਡੀਏਟਲੀ ਉਹਨਾਂ ਕਾਨੂੰਨਾਂ ਦੇ ਬਾਰੇ ਪ੍ਰਤੀਕਰਮ ਹੋਇਆ ਆ, ਉਹ ਕਿਸਾਨ ਜਥੇਬੰਦੀਆਂ ਦਾ, ਐਗਰੀਕਲਚਰਲ ਇਕੋਨੋਮਿਸਟ ਐਗਰੀਕਲਚਰ ਪ੍ਰਾਈਸ ਐਨਾਲਿਸਿਸ ਦੇ ਜਿਹੜੇ ਮਾਹਰ ਨੇ ਉਹ, ਤੇ ਆਮ ਆਦਮੀ ਪਾਰਟੀ ਦਾ ਇਮੀਡੀਏਟਲੀ ਐਨਾਲਿਸਿਸ, ਤਿੰਨਾਂ ਦੇ ਸੇਮ ਐਨਾਲਿਸਿਸ ਆ ਗਏ ਤਿੰਨੇ ਧਿਰਾਂ ਦੇ ਕਿ ਇਹ ਕਿਸਾਨ ਵਿਰੋਧੀ ਨੇ ਇਹ ਆਰਡੀਨੈਂਸ ਤਿੰਨੋਂ ਹੀ। ਉਹੀ ਮੁੜ ਕੇ ਵਿਚੋਲਿਆਂ ਦੇ ਪਾਸ ਬਣ ਗਿਆ ਕਿ ਜਿਹੜੀ ਪਹਿਲਾਂ ਦੋਵੇਂ ਧਿਰਾਂ ਨੇ ਵਿਰੋਧ ਹੀ ਨਹੀਂ ਕੀਤਾ, ਉਹ ਤਾਂ ਮਜਬੂਰੀ 'ਚ ਵਿਰੋਧ ਕਰਨ ਲਈ ਆਏ ਕਿਉਂਕਿ ਕਿਸਾਨਾਂ ਦਾ ਆਧਾਰ ਖੁਰ ਰਿਹਾ ਸੀਗਾ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ, ਮੈਂ ਪੁਰਾਣੀ ਇੱਕ ਗੱਲ ਦੇ ਦੇਣਾ ਤੁਹਾਨੂੰ। ਜਦੋਂ ਪਹਿਲਾਂ ਕੈਪਟਨ ਆਪਣੇ ਕੋਲ ਸੰਖੇਪ ਦੇ ਵਿੱਚ 2007 ਜਗਤਾਰ ਜੀ ਆਪਾਂ 2007 ਦਾ ਮਾਮਲਾ ਨਾ ਛੇੜੀਏ। ਸੰਖੇਪ ਦੇ ਵਿੱਚ ਮੈਂ ਕਮੈਂਟਸ ਲੈਣਾ ਚਾਹਾਂਗਾ, ਮੌਜੂਦਾ ਸਥਿਤੀ ਤੇ ਤੁਹਾਨੂੰ ਕਿਵੇਂ ਲੱਗਦਾ ਹੈ ਕੈਪਟਨ ਅਮਰਿੰਦਰ ਜਦੋਂ ਹੁਣ ਸਰਕਾਰ ਪਿਛਲੇ ਦਿਨਾਂ 'ਚ ਲਗਾਤਾਰ ਇਹ ਪ੍ਰਚਾਰ ਕੀਤਾ ਗਿਆ ਕੋਲਾ ਖਤਮ ਹੋ ਗਿਆ, ਬਿਜਲੀ ਨਹੀਂ ਰਹੇਗੀ, ਪੰਜਾਬ ਹਨੇਰਾ ਕੁੱਪ ਹੋ ਜਾਏਗਾ, ਇਹਦੇ ਤੇ ਮੈਂ ਕਮੈਂਟਸ ਬਰੀਫ ਦੇ ਵਿੱਚ। ਇਹ ਸੰਘਰਸ਼ ਨੂੰ ਢਾਲ ਲਾਉਣੀ ਚਾਹੁੰਦੇ ਆ ਕਿਉਂਕਿ ਮਨੋ ਨਾਲ ਨੇ ਕਾਰਪੋਰੇਟ ਹਾਊਸਸ ਦੇ ਇਹ ਜਿਹੜੇ ਬੀਜੇਪੀ ਨੇ ਬਿੱਲ ਪਾਸ ਕੀਤੇ ਆ, ਇਹ ਇਕੱਲੀ ਕੋਈ ਇਹਨਾਂ ਦੀ ਗੱਲ ਨਹੀਂ ਹੈ। ਜੋ ਗਲੋਬਲਾਈਜੇਸ਼ਨ ਦਾ ਚੱਲ ਰਿਹਾ ਹੈ, ਕਾਰਪੋਰੇਟ ਹਾਊਸਸ ਨੂੰ ਅੱਗੇ ਲਿਆਉਣਾ, ਇਹ ਕਿਸਾਨੀ ਨੂੰ ਜਿਹੜਾ ਆ ਨੈਗੇਟਿਵ ਤਰੀਕੇ ਨਾਲ ਕਿਸਾਨੀ ਚੋਂ ਜਿਹੜਾ ਛੋਟੇ ਕਿਸਾਨਾਂ ਨੂੰ ਬਾਹਰ ਕੱਢਣਾ, ਉਹਨਾਂ ਨੂੰ ਬੇਜ਼ਮੀਨੇ ਕਰਨਾ, ਇਹ ਇੱਕ ਪਲਾਨਡ ਤਰੀਕਾ ਆ ਜਿਹਦੇ ਵਿੱਚ ਸਾਇਲੈਂਟਲੀ ਕਾਂਗਰਸ ਪਾਰਟੀ ਵੀ ਸ਼ਾਮਲ ਹੈ ਕਿਉਂਕਿ ਸ਼ੁਰੂ ਤੋਂ ਕਾਂਗਰਸ ਪਾਰਟੀ ਨੇ ਸ਼ੁਰੂ ਕੀਤਾ ਸੀਗਾ। ਸੋ ਇਸ ਕਰਕੇ ਇਹ ਸੰਘਰਸ਼ ਨੂੰ ਤਾਲ ਪੀੜੋ ਕਰਨਾ ਚਾਹੁੰਦੇ ਆ ਡਾਇਰੈਕਟਲੀ ਔਰ ਇਨਡਾਇਰੈਕਟਲੀ। ਅਦਰਵਾਈਜ਼ ਉਹਨਾਂ ਨੂੰ ਬਿਆਨ ਵੀ ਘੱਟ, ਇਹ ਕਹਿੰਦੇ 2 ਦਿਨ ਦਾ ਕੋਲਾ ਆ, ਤੇ ਜਿਹੜੇ ਕੋਲੇ ਵਾਲੇ ਆ ਉਹ ਕਹਿੰਦੇ ਸਾਡੇ ਕੋਲ ਬਿਜਲੀ ਬੋਰਡ ਵਾਲੇ ਜਿਹੜੇ ਅਧਿਕਾਰੀ ਉਹ ਕਹਿੰਦੇ ਸਾਡੇ ਕੋਲ 9 ਦਿਨ ਦਾ ਕੋਲਾ ਆ। ਤੇ ਇਹਨਾਂ ਨੂੰ ਹੁਣ ਪਹਿਲਾਂ ਹੀ ਪਤਾ ਲੱਗਿਆ, ਸਰਕਾਰ ਨੇ ਪਹਿਲਾਂ ਪਲਾਨਿੰਗ ਕਰਨੀ ਹੁੰਦੀ ਆ। ਪਹਿਲਾਂ ਜਦੋਂ ਟਰੈਕਟਰ ਤੇ ਚੜੇ ਹੋਏ ਸੀ ਉਦੋਂ ਨਹੀਂ ਸੀ ਇਹਨਾਂ ਨੂੰ ਪਤਾ ਵੀ ਕੋਲਾ ਘਟ ਜਾਣਾ ਹੈ, ਆਪੇ ਹੀ ਪ੍ਰਬੰਧ ਕਰਨਾ। ਕਿਸਾਨ ਕੋਈ ਖੁਸ਼ੀ ਨਾ ਮੈਂ ਥੋੜੀ ਰੇਲਵੇ ਥੈਂਕ ਯੂ ਤੰਗੀ ਉੱਠੀ ਜਾ ਰਹੀ ਆ, ਫੈਸਲਾ ਕਰਵਾ ਦੇਣ, ਕੇਂਦਰ ਕੋਲੇ ਵਕਤ ਵੀ ਨਹੀਂ ਲੈ ਕੇ ਗਏ। ਸੋ ਇਹ ਸਾਰਾ ਕੁਝ ਸੰਘਰਸ਼ ਨੂੰ ਤਾਰ ਪੀੜੋ ਕਰਨ ਲਈ ਕਾਂਗਰਸ ਪਾਰਟੀ ਦੀ ਸਰਕਾਰ ਕਰ ਰਹੀ ਹੈ। ਥੈਂਕ ਯੂ ਡਾਕਟਰ ਗਿਆਨ ਸਿੰਘ ਜੀ। ਲਾਸਟ ਕਮੈਂਟ, ਗਰੇਵਾਲ ਜੀ ਨੇ ਕਿਹਾ ਕਿ ਅਸੀਂ ਸੁਹਿਰਦਤਾ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ। ਇੱਕ ਦਿਨ ਬਾਅਦ ਉਮੀਦ ਕੀਤੀ ਜਾਏ ਕੇਂਦਰ ਦੇ ਨਾਲ ਜਿਹੜੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਜਾਂ ਕੁਝ ਹੋਰ ਜਥੇਬੰਦੀਆਂ ਗੱਲਬਾਤ ਦੀ ਟੇਬਲ ਤੇ ਬੈਠਣਗੀਆਂ, ਉਹਦੇ ਤੇ ਕਿਸਾਨ ਤੇ ਸੁਹਿਰਦ ਹਾਈ ਹੈ। ਜਿਹੜਾ ਕਿਸਾਨ ਲੜ ਰਿਹਾ ਉਹ ਤੇ ਚਾਹੁੰਦਾ ਹੀ ਇਹ ਮਸਲੇ ਦਾ ਹੱਲ ਹੋਵੇ। ਕੀ ਆਪਾਂ ਉਮੀਦ ਕਰ ਸਕਦੇ ਹਾਂ ਕਿ ਦੇਸ਼ ਦੀ ਖਾਤਰ, ਕਿਸਾਨ ਦੀ ਖਾਤਰ, ਪੰਜਾਬ ਦੀ ਖਾਤਰ ਮੋਦੀ ਸਰਕਾਰ ਨੂੰ ਵੀ ਜਿੱਦਾਂ ਗਰੇਵਾਲ ਜੀ ਕਹਿ ਰਹੇ ਹੈ, ਉਮੀਦ ਕਰੀਏ ਕਿ ਸੁਹਿਰਦਤਾ ਦਿਖਾਈ ਜਾਏਗੀ ਗੱਲਬਾਤ 'ਚ? ਕਿਸਾਨਾਂ ਦੇ ਨਾਲ ਇਹਦੇ ਨਾਲ ਖੇਤ ਮਜ਼ਦੂਰ ਆ ਗਏ ਨੇ, ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਆ ਗਿਆ, ਇਹਦੇ ਨਾਲ ਮੁਲਾਜ਼ਮ ਆ ਗਏ ਨੇ, ਇਹਦੇ ਨਾਲ ਵੱਖ-ਵੱਖ ਵਰਗ ਆ ਗਿਆ। ਇਕੱਲੇ ਪੰਜਾਬ ਦਾ ਸੰਘਰਸ਼ ਨਹੀਂ, ਇਹ ਹੁਣ 20 ਸੂਬੇ ਤੱਕ ਜਾ ਰਿਹਾ। ਦੇਸ਼ ਦਾ ਸੰਘਰਸ਼ ਹੋ ਗਿਆ, ਲੋਕ ਸੰਘਰਸ਼ ਹੋ ਗਿਆ। ਜਿਹੜੀਆਂ ਇਹ ਸਮੱਸਿਆਵਾਂ ਪੈਦਾ ਕੀਤੀਆਂ ਗਈਆਂ ਨੇ ਹੋਣਗੀਆਂ ਨੇ, ਇਹ ਪਿਛਲੇ 30 ਸਾਲ ਤੋਂ 19 ਸਾਲ ਕੀਤੀਆਂ ਜਾ ਰਹੀਆਂ ਨੇ। ਜੇ ਕੱਲ ਨੂੰ ਕੋਈ ਗੱਲਬਾਤ ਵੀ ਹੁੰਦੀ ਹੈ
ਉਹ ਚੋਂ ਕੋਈ ਥੋੜੀ ਬਹੁਤੀ ਰਿਲੀਫ ਤਾਂ ਮਿਲ ਸਕਦੀ ਹੈ ਗੱਲਬਾਤ ਚੋਂ, ਪਰ ਮੈਨੂੰ ਤਾਂ ਲੱਗਦਾ ਹੈ ਕਿ 30 ਸਾਲ ਦੇ ਵਿੱਚ ਜਿਹੜਾ ਆਰਥਿਕ ਵਿਕਾਸ ਮਾਡਲ ਘੜਿਆ ਤੇ ਲੱਗ ਗਿਆ ਤੇ ਸਿਰ ਤੇ ਮੜਿਆ ਗਿਆ ਲੋਕਾਂ ਦੇ, ਇਹ ਉਹਨੂੰ ਠੀਕ ਕਰਵਾ ਟਾਈਮ ਲੱਗੂਗਾ, ਜਿਹੜਾ ਸੰਘਰਸ਼ ਚੱਲੂਗਾ। ਪਰ ਸੰਘਰਸ਼ ਬਾਰੇ ਮੇਰਾ ਇੱਕ ਉਹਦਾ ਯਕੀਨ ਹੈ ਕਿ ਲੌਂਗ ਮਾਰਚ ਜਿਵੇਂ ਕਿਸਾਨਾਂ ਦਾ ਨਾਸਕ ਤੋਂ ਮੁੰਬਈ ਤੱਕ, ਉਹ ਲੋਕਤੰਤਰਕ ਅਤੇ ਸ਼ਾਂਤਮਈ ਢੰਗ ਨਾਲ ਹੋਣਾ ਚਾਹੀਦਾ ਹੈ, ਜਿਹਦੇ ਨਾਲ ਲੋਕ ਜਿਵੇਂ ਹੁਣ ਜੁੜ ਰਹੇ ਨੇ ਹੋਰ ਲੋਕ ਜੁੜਨ, ਤੇ ਸਰਕਾਰਾਂ ਨੂੰ ਸੋਚਣਾ ਪਊਗਾ ਕਾਨੂੰਨ ਲੋਕਾਂ ਲਈ ਹੁੰਦੇ, ਲੋਕ ਕਾਨੂੰਨ ਲਈ ਨਹੀਂ ਹੁੰਦੇ। ਇਸ ਲਈ ਆੜ ਲੈ ਕੇ ਨਹੀਂ ਬੈਠਣਾ ਚਾਹੀਦਾ, ਸਗੋਂ ਕਾਨੂੰਨ ਲੋਕ ਪੱਖੀ ਬਣਾ ਕੇ ਆਰਥਿਕ ਵਿਕਾਸ ਲੋਕ ਪੱਖੀ ਬਣਾਉਣੇ। ਥੈਂਕ ਯੂ ਵੈਰੀ ਮਚ। ਕਿਸਾਨੀ ਦੇ ਮੁੱਦਿਆਂ ਤੇ ਆਉਣ ਦੇ ਲਈ ਮੈਂ ਆਪਣੇ ਤਿੰਨਾਂ ਹੀ ਮਹਿਮਾਨਾਂ ਗਰੇਵਾਲ ਸਾਹਿਬ, ਡਾਕਟਰ ਗਿਆਨ ਸਿੰਘ ਜੀ, ਜਗਤਾਰ ਸੰਘੇੜਾ ਜੀ, ਉਹਨਾਂ ਦਾ ਧੰਨਵਾਦੀ ਹਾਂ। ਡਾਕਟਰ ਗਿਆਨ ਸਿੰਘ ਉਹਨਾਂ ਦੇ ਕਮੈਂਟਸ ਨਾਲ ਸ਼ਾਇਦ ਸਾਰੇ ਸਹਿਮਤ ਹੋਣਗੇ ਕਿ ਜਿਹੜੇ ਕਾਨੂੰਨ ਹੈ, ਕਾਨੂੰਨਾਂ ਲਈ ਲੋਕ ਨਹੀਂ ਹੋਣੇ ਚਾਹੀਦੇ, ਕਿ ਲੋਕਾਂ ਲਈ ਜਿਹੜਾ ਹੈਗਾ ਕਾਨੂੰਨ ਹੋਣੇ ਚਾਹੀਦੇ ਆ। ਅਸੀਂ ਉਮੀਦ ਕਰਦੇ ਹਾਂ ਕਿ ਜਿਹੜਾ ਦਿੱਲੀ ਵੱਲੋਂ ਸੱਦਾ ਆਇਆ ਕਿਸਾਨ ਜਥੇਬੰਦੀਆਂ ਨੂੰ, ਉਹਦੇ ਤੇ ਸੰਜੀਦਗੀ ਤੇ ਸਹਿਰਤਾ ਦਿਖਾਈ ਜਾਵੇਗੀ, ਕਿਉਂਕਿ ਦੇਸ਼ ਦੇ ਹਿੱਤ ਵਿੱਚ ਹੈ, ਕਿਸਾਨ ਦੇ ਹਿੱਤ ਵਿੱਚ ਹੈ, ਇੱਥੋਂ ਦੇ ਲੋਕਾਂ ਦੇ ਹਿੱਤ ਵਿੱਚ ਹੈ। ਇਹਨਾਂ ਮੁੱਦਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਇੱਕ ਵਾਰ ਮੈਂ ਮੁੜ ਆਪਣੇ ਤਿੰਨਾਂ ਮਹਿਮਾਨਾਂ ਦਾ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।